ਚਲੋ ਕੋਈ ਨਹੀਂ, ਤੁਸੀਂ ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਅਸੀਂ ਵੀਰ ਹਰਜੀਤ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਦੀ ਸਾਂਝ ਕਰਾਂਗੇ। ਅੱਜ ਦਾ ਜੋ ਵਿਸ਼ਾ ਆਪ ਜੀ ਨੇ ਚੁਣਿਆ ਹੈ, ਫਰੀਦਾ ਖਾਲਕ ਖਲਕ ਮੈਂ। ਸੋ ਇਸ ਵਿਸ਼ੇ ਦੇ ਗੁਰਮਤਿ ਦੇ ਆਧਾਰ ਦੇ ਉੱਤੇ, ਗੁਰਬਾਣੀ ਦੇ ਆਧਾਰ ਦੇ ਉੱਤੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਜੋ ਵਿਸ਼ਾ ਅਸੀਂ ਵਿਚਾਰ ਲਈ ਸਾਂਝਾ ਕਰਨਾ ਹੈ, ਉਸ ਦਾ ਸਿਰਲੇਖ ਫਰੀਦਾ ਖਾਲਕ ਖਲਕ ਮੈਂ। ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦਾ ਸੰਗ੍ਰਹਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਸ਼ਲੋਕ 12 ਤੇ ਵਧੇਕ ਸਿਰਲੇਖ ਹੇਠ ਉਸ ਤੋਂ ਪਹਿਲਾਂ ਜਿਹੜੇ ਸ਼ਲੋਕ ਹਨ ਭਗਤਾਂ ਦੇ, ਭੱਟਾਂ ਦੇ ਸੋਈਏ, ਤੇ ਫਿਰ ਉਸ ਤੋਂ ਬਾਅਦ ਸ਼ਲੋਕ 12 ਤੇ ਵਧੇਕ ਸਿਰਲੇਖ। ਭਗਤਾਂ ਦੇ ਵਿੱਚ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਦਰਜ ਕੀਤੇ ਗਏ ਹਨ, ਫਿਰ ਸ਼ੇਖ ਫਰੀਦ ਜੀ ਕੇ ਸ਼ਲੋਕ ਹਨ, ਫਿਰ ਭੱਟਾਂ ਦੇ ਸੋਈਏ ਉਸ ਤੋਂ ਬਾਅਦ ਆਉਂਦੇ ਹਨ। ਤਰਤੀਬ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਉਸ ਤੋਂ ਬਾਅਦ ਫਿਰ ਸ਼ਲੋਕ 12 ਤੇ ਵਧੇਕ ਦੇ ਸਿਰਲੇਖ ਜਿਹੜੇ ਹਨ ਉਹ ਸਾਰੇ ਆ ਜਾਂਦੇ ਨੇ। ਤੇ ਭਗਤਾਂ ਦੇ ਸ਼ਲੋਕਾਂ ਦੇ ਨਾਲ ਨਾਲ ਜਿੱਥੇ ਵੀ ਕੁਛ ਇਹ ਜਾਪਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਕਿਤੇ ਕੋਈ ਸਮਝਣ ਵਿੱਚ ਕੋਈ ਭੁਲੇਖਾ ਜਾਂ ਕੋਈ ਲੋਕ ਜਾਂ ਦੁਨੀਆ ਦੇ ਪੜ੍ਹਨ ਵਾਲੇ ਕੋਈ ਟਪਲਾ ਨਾ ਖਾ ਜਾਣ, ਉਹਦੀ ਹੋਰ ਸਪਸ਼ਟਤਾ, ਹੋਰ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਾਂ ਬਾਕੀ ਗੁਰੂ ਸਾਹਿਬਾਨ ਦੇ ਜੋ ਸ਼ਲੋਕ ਉਹਨਾਂ ਸ਼ਲੋਕਾਂ ਦੇ ਨਾਲ ਮਿਲਦੇ ਜੁਲਦੇ ਭਾਵ ਰੱਖਦੇ ਸਨ, ਉਹਨਾਂ ਸ਼ਲੋਕਾਂ ਨੂੰ ਨਾਲ ਦਰਜ ਕੀਤਾ। ਇਹ ਸ਼ਲੋਕ ਵੀ 74 ਨੰਬਰ ਸ਼ਲੋਕ ਜੋ ਸ਼ੇਖ ਫਰੀਦ ਜੀ ਦਾ ਹੈ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਅੱਗਾ ਮੂਲ ਨਾ ਆਵਸੀ ਦੋਜਕ ਸੰਦੀਪਾ। ਧਰਮ ਦੀ ਦੁਨੀਆ ਵਿੱਚ ਇਹ ਗੱਲ ਬੜੀ ਜ਼ਰੂਰੀ ਹੈ ਕਿ ਸੱਚਮੁੱਚ ਹੀ ਜੇ ਕਰਤਾਰ ਨਾਲ, ਜੇ ਪ੍ਰੀਤਮ ਨਾਲ ਸਾਂਝ ਪਾਉਣੀ ਹੈ ਤੇ ਮਨ ਮੈਦਾਨ ਹੋਣਾ ਚਾਹੀਦਾ ਹੈ, ਮਨ ਪੱਧਰਾ ਹੋਣਾ ਚਾਹੀਦਾ ਹੈ, ਇਕਸਾਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਊਚ ਨੀਚ, ਇਹਦੇ ਵਿੱਚ ਜਾਤ ਪਾਤ, ਇਹਦੇ ਵਿੱਚ ਅਮੀਰੀ ਗਰੀਬੀ, ਇਹਦੇ ਵਿੱਚ ਸੰਸਾਰ ਦੇ ਹੋਰ ਬੰਧਨਾਂ ਦੀਆਂ ਦੀਵਾਰਾਂ ਖੜੀਆਂ ਨਹੀਂ ਹੋਣੀਆਂ ਚਾਹੀਦੀਆਂ। ਧਰਮ ਦੀ ਦੁਨੀਆ ਵਿੱਚ ਇਹ ਨਹੀਂ ਚੱਲਦਾ ਕਿ ਮਨੁੱਖ ਆਪਣੇ ਜਾਤ ਪਾਤ ਦੇ ਗਰਭ ਵਿੱਚ ਵੀ ਰਹੇ, ਹੰਕਾਰ ਵਿੱਚ ਵੀ ਰਹੇ, ਤੇ ਗੁਰੂ ਦੀ ਗੱਲ ਵੀ ਕਰੇ, ਗੁਰੂ ਵਾਲਾ ਵੀ ਬਣੇ, ਗੁਰੂ ਦੀ ਗੱਲਾਂ ਵੀ ਸੁਣੇ। ਇਹ ਨਹੀਂ ਚੱਲਦਾ। ਇੱਥੇ ਮਨ ਮੈਦਾਨ ਦੀ ਗੱਲ ਕੀਤੀ ਸੀ ਸ਼ੇਖ ਫਰੀਦ ਜੀ ਨੇ ਵੀ ਹੇ ਫਰੀਦ, ਮਨ ਨੂੰ ਪੱਧਰਾ ਕਰਦੇ, ਤੇ ਇਸ ਦੇ ਉੱਤੋਂ
ਉੱਚੇ ਤੇ ਨੀਵੇਂ ਥਾਂ ਦੂਰ ਕਰਦੇ। ਟੋਏ ਡੂੰਘਾਈ, ਟਿੱਬੇ ਉੱਚੀ ਜਗ੍ਹਾ ਜਿੱਥੇ ਰੇਤ ਦੇ ਢੇਰ ਲੱਗ ਜਾਂਦੇ ਨੇ, ਉਹਨਾਂ ਨੂੰ ਟਿੱਬਾ ਕਹਿੰਦੇ ਨੇ। ਤੇ ਟੋਆ ਹਮੇਸ਼ਾ ਡੂੰਘਾ ਹੁੰਦਾ, ਨੀਵਾਂ ਹੁੰਦਾ। ਮਨ ਮੈਦਾਨ ਕਰ, ਟੋਏ ਟਿੱਬੇ ਲਾ। ਫੇਰ ਕੀ ਹੋਏਗਾ? ਜੇ ਤੂੰ ਇਸ ਤਰ੍ਹਾਂ ਕਰ ਲਵੇਂਗਾ, ਜੇ ਤੂੰ ਐਵੇਂ ਕਰ ਸਕੇ, ਫਿਰ ਹੋਏਗਾ ਕਿ ਅੱਗੇ ਮੂਲ ਨਾ ਆਪਸੀ ਦੋਜਕ ਸੰਧੀ ਭਾ। ਜੇਕਰ ਤੂੰ ਇਹ ਕਰ ਸਕੇ ਤਾਂ ਤੇਰੇ ਜੀਵਨ ਸਫਰ ਵਿੱਚ ਅੱਗੇ ਦਾ ਮਤਲਬ ਜੀਵਨ ਸਫਰ ਵਿੱਚ, ਬਾਕੀ ਜੀਵਨ ਦੇ ਵਿੱਚ ਦੋਜਕ ਦੀ ਅੱਗ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ, ਇਹ ਜਿਹੜੀ ਦੋਜਕ ਹੈ ਇਹ ਨਰਕ ਹੈ, ਨਰਕ ਦਾ ਜੀਵਨ ਹੈ। ਦੋਜਕ ਸੰਧੀ ਭਾ ਦੀ ਗੱਲ ਕੀਤੀ ਹੈ, ਉਹਦੀ ਅੱਗ। ਕਹਿੰਦੇ ਨੇ ਜੇ ਤੂੰ ਇਸ ਤਰ੍ਹਾਂ ਕਰ ਸਕੇ ਤਾਂ ਤੇਰੇ ਜੀਵਨ ਦੇ ਸਫ਼ਰ ਵਿੱਚ ਇਹ ਦੋਜਕ ਦੀ ਅੱਗ ਬਿਲਕੁਲ ਨਹੀਂ ਆਏਗੀ। ਭਾਵ ਮਨ ਵਿੱਚ ਟੋਏ ਟਿੱਬੇ ਟਿਕੇ ਰਹਿਣ ਨਾਲ ਜੋ ਕਲੇਸ਼ ਵਾਪਰਦੇ ਹਨ, ਜੋ ਦੁੱਖ ਵਾਪਰਦੇ ਹਨ, ਜੋ ਅਧਿਆਤਮਿਕ ਜੀਵਨ ਤੋਂ ਦੂਰੀ ਬਣਦੀ ਹੈ, ਉਹ ਦੂਰੀ ਦੂਰ ਹੋ ਜਾਏਗੀ। ਤੇ ਉਹਨਾਂ ਦੇ ਦੂਰ ਹੋਣ ਦੇ ਨਾਲ ਤੇਰੇ ਅੰਦਰ ਜੋ ਕਲੇਸ਼ ਹਨ ਉਹ ਵੀ ਮਿਟ ਜਾਣਗੇ। ਦੁੱਖ ਸੁੱਖ ਜਿਹੜੇ ਹਨ ਅੰਦਰ ਬਣੇ ਆ, ਉਹ ਵੀ ਗੱਲਾਂ ਖਤਮ ਹੋ ਜਾਣਗੀਆਂ। ਹੁਣ ਨਾਲ ਹੀ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਇਹ ਫਰੀਦ ਖਲਕਤ ਪੈਦਾ ਕਰਨ ਵਾਲਾ ਪਰਮਾਤਮਾ ਸਾਰੀ ਖਲਕਤ ਵਿੱਚ ਮੌਜੂਦ ਹੈ। ਉਹਨੇ ਬਣਾਇਆ ਵੀ ਹੈ, ਲੇਕਿਨ ਬਣਾ ਕੇ ਇੱਕ ਪਾਸੇ ਨਹੀਂ ਹੋ ਗਿਆ। ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਉਹ ਸਾਰਿਆਂ ਵਿੱਚ ਮੌਜੂਦ ਹੈ। ਤੇ ਜਿਹੜੀ ਖਲਕਤ ਹੈ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਵਸ ਰਹੀ ਹੈ। ਉਹਦੇ ਵਿੱਚ ਹੈ। ਤੇ ਕਹਿੰਦੇ ਨੇ ਫਿਰ ਦੱਸ ਮੰਦਾ ਕਿਸ ਨੂੰ ਆਖੀ ਹੈ, ਜਦ ਤਿਸ ਬਿਨ ਕੋਈ ਨਾ ਹੈ। ਫਿਰ ਉੱਚਾ ਨੀਵਾਂ ਕੌਣ ਹੋਇਆ? ਕੌਣ ਵੱਡਾ ਕੌਣ ਛੋਟਾ? ਕੌਣ ਅਮੀਰ ਕੌਣ ਗਰੀਬ? ਦੁਨੀਆ ਦੇ ਤਲ ਤੇ ਪੈਸੇ ਦੀ ਬਹੁਤਾਲਤਾ ਦੇ ਨਾਲ ਗਰੀਬੀ ਤੋਲੀ ਜਾਂਦੀ ਹੈ, ਲੇਕਿਨ ਪਰਮੇਸ਼ਰ ਦੇ ਘਰ ਵਿੱਚ ਇਹ ਅਮੀਰੀ ਗਰੀਬੀ ਵਾਹਿਗੁਰੂ ਦੀ ਯਾਦ ਨਾਲ ਤੋਲੀ ਜਾਂਦੀ ਹੈ। ਅਮੀਰ ਕੌਣ ਹੈ? ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ, ਉਹ ਦੌਲਤ ਹੈ, ਰੱਬ ਰੂਪੀ ਨਾਮ ਰੂਪੀ ਧਨ ਹੈ, ਉਹ ਅਮੀਰ ਹੈ। ਗਰੀਬ ਕੌਣ ਹੈ? ਕੰਗਾਲ ਕੌਣ ਹੈ? ਜਿਸਨੇ ਆਪਣਾ ਮੂਲ ਗਵਾ ਲਿਆ ਹੈ, ਜਿਸਨੇ ਆਪਣੇ ਮੂਲ ਨਾਲ ਆਪਣੇ ਜੀਵਨ ਵਿੱਚ ਟੋਏ ਤੇ ਟਿੱਬੇ ਖੜੇ ਕਰ ਦਿੱਤੇ ਹਨ। ਤੋ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਸ਼ਲੋਕ ਨਾਲ ਲਿਖਿਆ, ਇਹਦੇ 'ਚ ਇਹਦੀ ਵਿਆਖਿਆ ਕਰ ਦਿੱਤੀ। ਫਿਰ ਮਾੜਾ ਕਿਹਨੂੰ ਕਹੀਏ ਜਦ ਇਸ ਤੋਂ ਬਿਨਾਂ ਕੋਈ ਹੈ ਹੀ ਨਹੀਂ। ਕਿ ਸੱਚਮੁੱਚ ਸਾਡੇ ਜੀਵਨ ਦੇ ਵਿੱਚ ਇਹ ਵਾਪਰ ਰਿਹਾ ਹੈ। ਵਿਚਾਰਨ ਦੀ ਗੱਲ ਹੁਣ ਇਹ ਹੈ, ਦੇਖਣ ਦੀ ਗੱਲ ਇਹ ਹੈ ਕਿ ਸੱਚਮੁੱਚ ਧਰਮ ਦੀ ਦੁਨੀਆ ਵਿੱਚ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇਸੇ ਮੁਤਾਬਕ ਢਾਲ ਲਿਆ ਕਿ ਸਾਡੇ ਜੀਵਨ ਵਿੱਚ ਇਹ ਸਿਧਾਂਤ ਪੂਰੀ ਤਰ੍ਹਾਂ ਲਾਗੂ ਹੋ ਗਿਆ। ਤਾਂ ਇਹਦੇ ਲਈ ਸਮਝਣ ਲਈ ਮੈਂ ਇੱਕ ਦੋ ਉਦਾਹਰਨਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਸਰਬੱਤ ਦਾ ਭਲਾ ਪੁਸਤਕ ਲਿਖੀ, ਉਹਦੇ ਵਿੱਚ ਦਿੱਤੀਆਂ ਨੇ। ਉਹਦੇ ਜੋ ਲਿਖਦੇ ਨੇ ਵੀ ਇੱਕ ਵਾਰੀ ਕਹਿੰਦੇ ਨੇ ਮੇਰੇ ਰਿਸ਼ਤੇਦਾਰ ਸੱਜਣ ਅੰਮ੍ਰਿਤਸਰ ਆਏ ਮੈਨੂੰ ਮਿਲਣ ਲਈ, ਤੇ ਉਹ ਆ ਕੇ ਕੁਝ ਮੇਰੇ ਨਾਲ ਗੱਲਾਂ ਸਾਂਝੀਆਂ ਕਰਨ ਲੱਗੇ। ਕਿਉਂਕਿ ਉਹ ਸੰਤ ਮਤ ਦੇ ਕੁਝ ਧਾਰਨੀ ਸਨ, ਹਤਾ ਸੰਤ ਮਤੇ ਵਿੱਚ ਰਹਿੰਦੇ ਹਨ। ਉਹ ਕਹਿੰਦੇ ਨੇ ਉਹ ਆਪਣੇ ਇਲਾਕੇ ਵਿੱਚ ਲੋਕ ਉਹਨਾਂ ਦੀ ਮਾਨਤਾ ਪੂਜਾ ਵੀ ਕਰਦੇ ਸਨ। ਉਹਨਾਂ ਦੇ ਦੋ ਸੇਵਕ ਵੀ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਮਾਂਜੇ ਹੋਏ ਲਿਸ਼ਕਾਏ ਹੋਏ ਗੜਵੇ, ਉਹਨਾਂ ਦੇ ਗਲ ਵਿੱਚ ਉੱਨ ਦੀਆਂ ਮਾਲਾ ਇਸ ਤਰ੍ਹਾਂ ਪਾਈਆਂ ਹੋਈਆਂ। ਗੱਲਾਂ ਬਾਤਾਂ ਕਰਦਿਆਂ ਉਹਨਾਂ ਬ੍ਰਹਮ ਗਿਆਨ ਦੀਆਂ ਗੱਲਾਂ ਧੂਰ ਦਿੱਤੀਆਂ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਉਸ ਕਿਤਾਬ ਦੇ ਵਿੱਚ, ਮੈਂ ਉਹਦਾ ਹਵਾਲਾ ਤਾਂ ਦੇ ਰਿਹਾ ਕਿ ਸਾਨੂੰ ਪੂਰੀ ਤਰ੍ਹਾਂ ਗੱਲ ਦੀ ਸਮਝ ਆ ਜਾਏ। ਉਹਦੇ ਪੰਨਾ ਨੰਬਰ ਸ਼ਾਇਦ 50 ਦੇ ਉੱਤੇ ਇਹ ਆਰਟੀਕਲ ਉਹਨਾਂ ਦਾ ਇੱਕ ਲਿਖਿਆ ਹੋਇਆ ਹੈ, ਪੁਸਤਕ ਸਰਬੱਤ ਦੇ ਭਲੇ ਦੇ ਵਿੱਚ।
ਕਹਿੰਦੇ ਨੇ ਉਹਨੇ ਇਹ ਗੱਲਾਂ ਤੋਰ ਦਿੱਤੀਆਂ ਵੀ ਉੱਚੀ ਆਤਮਿਕ ਵਿਵਸਥਾ ਦੀ ਇੱਕ ਹੱਡ ਬੀਤੀ ਸੁਣਾਈ ਤੇ ਕਹਿਣ ਲੱਗੇ, ਇੱਕ ਦਿਨ ਪ੍ਰਸ਼ਾਦਾ ਛਕਦਿਆਂ ਇੱਕ ਐਸੀ ਜੁਗਤੀ ਵਰਤੀ ਕਿ ਸਾਨੂੰ ਆਪਣੀ ਸੁੱਧ ਬੁੱਧ ਨਾ ਰਹੀ। ਜੋ ਸੰਤ ਆਪਣੇ ਆਪ ਨੂੰ ਕਹਾਉਂਦੇ ਸਨ, ਕਹਿੰਦੇ ਨੇ ਸਾਨੂੰ ਸੁੱਧ ਬੁੱਧ ਨਾ ਰਹੀ। ਇੱਕ ਕੁੱਤਾ ਆ ਗਿਆ, ਉਹ ਵੀ ਸਾਡੇ ਨਾਲ ਉਸ ਥਾਲੀ ਵਿੱਚ ਪ੍ਰਸ਼ਾਦਾ ਛਕਣ ਲੱਗ ਪਿਆ। ਅਸੀਂ ਉਸ ਵੇਲੇ ਕਿਸੇ ਹੋਰ ਰੰਗ ਵਿੱਚ ਹੀ ਰੰਗੇ ਹੋਏ ਸਾਂ। ਜੋ ਉਹਨਾਂ ਦੀ ਲਿਖਤ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ। ਇਹ 2-3 ਘਟਨਾਵਾਂ ਜ਼ਰੂਰ ਸਾਂਝੀਆਂ ਕਰਾਂਗਾ ਵੀ ਅੱਜ ਅਸੀਂ ਖੜੇ ਕਿੱਥੇ ਹਾਂ। ਕਹਿੰਦੇ ਨੇ ਅਸੀਂ ਤਾਂ ਕਿਸੇ ਹੋਰ ਰੰਗ ਵਿੱਚ ਹੀ ਰੰਗੇ ਹੋਏ ਸਾਂ। ਸਾਨੂੰ ਕੁੱਤੇ ਵਿੱਚ ਵੀ ਪਰਮਾਤਮਾ ਹੀ ਦਿਸ ਰਿਹਾ ਸੀ, ਉਹਦੀ ਜੋਤ ਹੀ ਨਜ਼ਰ ਆਉਂਦੀ ਸੀ ਜੋ ਹਰ ਥਾਂ ਮੌਜੂਦ ਹੈ। ਸਾਡੇ ਅੰਦਰ ਕੋਈ ਗਲਾਨਤਾ ਨਾ ਆਈ, ਕੋਈ ਸਾਡੇ ਅੰਦਰ ਇਹ ਵਿਚਾਰ ਨਾ ਆਇਆ ਵੀ ਇਹ ਕੁੱਤਾ ਹੈ ਜਾਂ ਕੌਣ ਹੈ। ਸਾਨੂੰ ਤਾਂ ਬਸ ਅਸੀਂ ਉਹਦੇ ਰੰਗ ਵਿੱਚ ਰੰਗੇ ਹੋਏ ਪ੍ਰਸ਼ਾਦਾ ਛਕੀ ਜਾ ਰਹੇ ਸੀ, ਕੁੱਤਾ ਵੀ ਛਕੀ ਜਾ ਰਿਹਾ ਸੀ। ਪਾਸ ਬੈਠੇ ਕੁਝ ਪ੍ਰੇਮੀਆਂ ਨੇ ਬੜਾ ਰੋਸ ਕੀਤਾ, ਉਹਨਾਂ ਦੇ ਦਿਲ 'ਚ ਬੜਾ ਰੋਸ ਵੀ ਆਇਆ, ਪਰ ਅਸੀਂ ਕਹਿੰਦੇ ਆਪਣੀ ਮੌਜ ਵੀ ਟਿਕੇ ਰਹੇ। ਕਹਿੰਦੇ ਜਦੋਂ ਉਹ ਸੱਜਣ ਹੱਡ ਬੀਤੀ ਸੁਣਾ ਰਹੇ ਸਨ, ਉਸੇ ਵੇਲੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਸਰੂਰ ਜਿਹਾ ਵੀ ਨਾਲ ਚਮਕ ਉੱਠਿਆ। ਇੱਕ ਸਰੂਰ ਜਿਹਾ ਨਜ਼ਰ ਆਉਂਦਾ ਸੀ। ਉਹਨਾਂ ਦੇ ਸੇਵਕਾਂ ਦੇ ਸਿਰ ਤੇ ਮਸਤੀ ਨਾਲ ਇਹਦਾ ਸਿਰ ਹਿੱਲਣ ਲੱਗ ਪਏ, ਜਿੱਦਾਂ ਸਿਰ ਲਈ ਵਾਹ ਹੋਵੇ ਵਾਹ, ਕਮਾਲ ਹੈ। ਜਦੋਂ ਗੱਲ ਮੁਕਾ ਚੁੱਕੇ ਤਾਂ ਮੈਂ ਆਖਿਆ, ਜੀ ਇਹ ਅਵਸਥਾ ਸੱਚਮੁੱਚ ਵੱਡੇ ਭਾਗਾਂ ਨਾਲ ਬਣਦੀ ਹੈ। ਇਹ ਅਵਸਥਾ ਸੱਚਮੁੱਚ ਉੱਚੇ ਭਾਗਾਂ ਨਾਲ ਹੀ ਬਣਦੀ ਹੈ, ਪਰ ਤੁਹਾਡੀ ਇਹ ਮਸਤੀ ਦੀ ਖੇਡ ਮੈਂ ਇੱਕ ਹੋਰ ਸ਼ਕਲ ਵਿੱਚ ਅੱਖਾਂ ਨਾਲ ਵੇਖਣਾ ਚਾਹੁੰਦਾ। ਕਹਿੰਦੇ ਸਾਡੇ ਨੇੜੇ ਹੀ ਸਾਡੇ ਵੀਰ ਵੀ ਵੱਸਦੇ ਸਨ, ਜਿਨ੍ਹਾਂ ਨੂੰ ਅਸੀਂ ਪੈਰਾਂ ਹੇਠ ਲਤਾੜ ਕੇ ਝਾੜੂ ਫੇਰਨ ਤੇ ਗੰਦ ਚੁੱਕਣ ਦਾ, ਮੈਲਾ ਚੁੱਕਣ ਦਾ ਕੰਮ ਜਿਹੜਾ ਸੀ ਉਹਦੇ ਜੋਗਾ ਹੀ ਕਰ ਦਿੱਤਾ। ਮੈਂ ਉਹਨਾਂ ਵਿੱਚ ਇੱਕ ਬੰਦੇ ਨੂੰ ਸੱਦਿਆ। ਅਸੀਂ ਤਿੰਨੇ ਜਣੇ ਮੰਜੇ ਤੇ ਬੈਠ ਗਏ ਵੀ ਅਸੀਂ ਤਿੰਨੇ ਮੰਜੇ ਤੇ ਬੈਠ ਜਾਵਾਂਗੇ, ਵਿਚਕਾਰ ਉਹ ਝਾੜੂ ਬਰਦਾਰ ਬੈਠੇਗਾ, ਉਸਦੇ ਦੋਹੀਂ ਪਾਸੇ ਅਸੀਂ ਦੋਵੇਂ ਬੈਠਾਂਗੇ। ਵੱਖੋ ਵੱਖਰੇ 3 ਥਾਲਾਂ ਵਿੱਚ ਪਵਾ ਕੇ ਰੋਟੀ ਪਵਾ ਕੇ ਅਸੀਂ ਆਪੋ ਆਪਣੇ ਥਾਲ ਵਿੱਚ ਖਾਵਾਂਗੇ। ਜੇ ਤੁਹਾਨੂੰ ਪ੍ਰਵਾਨ ਹੋਏ ਤਾਂ ਮੈਂ ਉਸ ਨੂੰ ਸੱਦਾਂ, ਬੁਲਾਵਾਂ। ਕਹਿੰਦੇ ਮੈਂ ਜਦੋਂ ਇਹ ਗੱਲ ਕੀਤੀ, ਮੇਰੀ ਇਹ ਤਜਵੀਜ਼, ਇਹ ਵਿਚਾਰ ਸੁਣ ਕੇ ਤਾਂ ਬੜੇ ਤਰਬਕ ਜੇ ਗਏ। ਉਹਨਾਂ ਦੇ ਸੇਵਕ ਵੀ ਲਾਲ ਪੀਲੇ ਹੋ ਗਏ ਤੇ ਮੇਰੇ ਵੱਲ ਬੜੇ ਗੁੱਸੇ ਨਾਲ, ਕਹਿੰਦੇ ਕ੍ਰੋਧ ਨਾਲ ਦੇਖਣ ਲੱਗ ਪਏ, ਜਿਵੇਂ ਮੈਂ ਉਹਨਾਂ ਦੇ ਸੰਤ ਦੀ ਕੋਈ ਨਰਾਦਰੀ ਕਰ ਦਿੱਤੀ ਹੋਏਗੀ ਜਾਂ ਉਹਦੀ ਬੇਇੱਜ਼ਤੀ ਕਰ ਦਿੱਤੀ ਹੈ। ਉਹ ਕੁਝ ਖਰਵੇ ਬੋਲ ਵੀ ਉਹਨਾਂ ਨੇ ਕਹਿੰਦੇ ਬੋਲਣੇ ਸ਼ੁਰੂ ਕਰ ਦਿੱਤੇ, ਪਰ ਕਹਿੰਦੇ ਸੰਤ ਜੀ ਨੇ ਉਹਨਾਂ ਨੂੰ ਵਰਜ ਦਿੱਤਾ, ਰੋਕ ਦਿੱਤਾ, ਕਿਉਂਕਿ ਸਾਡਾ ਤੇ ਉਹਦਾ ਸੰਤ ਜੀ ਦਾ ਆਪਸ ਵਿੱਚ ਰਿਸ਼ਤੇਦਾਰੀ ਦਾ ਮਾਮਲਾ ਵੀ ਸੀ। ਹੁਣ ਉਹ ਤੇ ਉਹਨਾਂ ਦੇ ਸੇਵਕ ਮੇਰੀ ਇਸ ਗੁਸਤਾਖੀ ਭਰੀ ਤਜਵੀਜ਼ ਦੇ ਅੱਗੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੇ ਲਈ ਕਹਿਣ ਲੱਗੇ, ਇਹ ਲੋਕ ਤਾਂ ਸਦੀਆਂ ਤੋਂ ਗੰਦੇ ਚਲੇ ਆ ਰਹੇ ਨੇ, ਪਹਿਲਾਂ ਇਹਨਾਂ ਨੂੰ ਸਾਫ਼ ਸੁਥਰੇ ਰਹਿਣ ਦੀ ਆਦਤ ਪਾਣੀ ਚਾਹੀਦੀ ਹੈ। ਤੇ ਕਹਿੰਦੇ ਨੇ ਮੈਂ ਕੋ ਹੱਸ ਕੇ ਇਹ ਗੱਲ ਕਹਿ ਦਿੱਤੀ, ਜੀ ਠੀਕ ਹੈ, ਮੈਂ ਵੀ ਸਦਕੇ ਆ ਤੁਹਾਡੇ ਉਸ ਘੱਟ ਵਸਦੇ ਕਰਤਾਰ ਤੋਂ, ਜੋ ਕੁੱਤੇ ਵਿੱਚ ਤਾਂ ਖੁਸ਼ੀ ਨਾਲ ਆ ਵਸਿਆ, ਪਰ ਇਹਨਾਂ ਸਦੀਆਂ ਤੋਂ ਗੰਦੇ ਬੰਦਿਆਂ ਵਿੱਚ ਵਸਣ ਤੋਂ ਨੂੰ ਵੀ ਸ਼ਰਮ ਆ ਗਈ। ਕਹਿੰਦੇ ਨੇ ਮੈਂ ਵੀ ਉਹਨਾਂ ਨੂੰ ਹਾਸੇ ਨਾਲ ਗੱਲ ਕਹਿ ਦਿੱਤੀ। ਹੁਣ ਇਹ ਗੱਲ ਬੜੀ ਸਮਝਣ ਵਾਲੀ ਹੈ। ਗੱਲ ਸਿਰਫ ਇੰਨੀ ਕਿ ਉਹਨਾਂ ਨੇ ਉਹਦੇ ਚ ਲਿਖੀ ਹੈ ਵੀ ਅੱਜ ਧਰਮ ਦੀ ਦੁਨੀਆ ਵਿੱਚ ਇਹ ਖਾਲਕ ਖਲਕਮੇ ਦੀਆਂ ਗੱਲਾਂ ਕਰਨੀਆਂ ਬੜੀਆਂ ਸੁਖੈਣੀਆਂ ਹਨ, ਪਰ ਖਾਲਕ ਨੂੰ ਖਲਕ ਵਿੱਚ ਵੇਖਣਾ ਕੋਈ ਸੌਖੀ ਬਾਤ ਨਹੀਂ ਹੈ। ਸਰ ਗੁਰਬਖਸ਼ ਸਿੰਘ ਫਰੀਦਲੜੀ ਨੇ ਇੱਕ ਪੁਸਤਕ ਲਿਖੀ, ਉਹ 'ਚ ਰੋਜ਼ਾਨਾ ਜੀਵਨ ਦੀ ਸਿੱਖਿਆ 'ਚ ਇੱਕ ਧਾਰਮਿਕ ਘਟਨਾ ਉਹਨਾਂ ਨੇ ਲਿਖੀ ਹੈ, ਜਿਹੜਾ ਦਾ ਜ਼ਿਕਰ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ ਦੇ ਵਿੱਚ ਕੀਤਾ ਹੈ। ਉਹ ਕਹਿੰਦੇ ਨੇ ਮੈਂ ਇੱਕ ਵਾਰੀ ਗੁਰਦੁਆਰੇ ਗਿਆ, ਰੋਜ਼ ਹੀ ਮੈਂ ਗੁਰਦੁਆਰੇ ਜਾਂਦਾ ਹੁੰਦਾ ਸਾਂ। ਇੱਕ ਮਾਈ ਬੜੇ ਪਿਆਰ ਨਾਲ ਜੋੜਿਆਂ ਦੀ ਸੇਵਾ ਕਰਦੀ ਸੀ, ਬੜੇ ਪਿਆਰ ਨਾਲ ਜੋੜਿਆਂ ਦੀ ਸੇਵਾ ਕਰਦੀ, ਬਾਣੀ ਵੀ ਬੜੇ ਨਾਲ ਨਾਲ ਮੂੰਹ ਤੋਂ ਬਾਣੀ ਪੜ੍ਹੀ ਜਾਂਦੀ, ਤੇ ਜੋੜਿਆਂ ਦੀ ਸੇਵਾ 'ਚ ਇੰਨਾ ਲੱਗਦਾ ਵੀ ਇਹਨੂੰ ਸੱਚਮੁੱਚ ਬੜਾ ਕੋਈ ਰਸ ਜਾਂ ਆਨੰਦ ਆ ਰਿਹਾ। ਜਿਹੜੀਆਂ ਜੁੱਤੀਆਂ ਉਸਨੇ ਆਪਣੇ ਕੱਪੜੇ ਨਾਲ ਪੂੰਝ ਲਈਆਂ ਸਨ, ਉਹਨਾਂ ਨੂੰ ਉਹ ਇੱਕ ਲਾਈਨ ਬਣਾ ਕੇ, ਕਤਾਰ ਬਣਾ ਕੇ ਉਹਦੇ 'ਚ ਰੱਖ ਦਿੰਦੀ, ਤੇ ਦੂਜੇ ਕਹਿੰਦੇ ਨੇ
ਦੂਜੀਆਂ ਜੁੱਤੀਆਂ ਨੂੰ ਫਿਰ ਅਗਲਾ ਕੱਪੜਾ ਚੁੱਕ ਕੇ ਸਾਫ਼ ਕਰਦੀ। ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਇੱਕ ਦਿਨ ਇੱਕ ਬੰਦਾ ਨਿਕਲਿਆ ਜੋ ਅਖੌਤੀ ਅਖੌਤੀ ਜੋ ਸਮਾਜ ਦੀਆਂ ਮੰਡੀਆਂ ਮੁਤਾਬਕ ਜਿਹਨੂੰ ਚੂੜਾ ਕਹਿ ਕੇ ਦੁਰਕਾਰਿਆ ਜਾਂਦਾ ਸੀ, ਕਹਿੰਦੇ ਉਹਦੇ ਨਾਲ ਸੰਬੰਧਿਤ ਸੀ। ਉਸਦੀ ਜੁੱਤੀ ਵੀ ਉਸ ਕਤਾਰ ਵਿੱਚ ਚੱਪੜ ਚੁੱਕੀ ਸੀ। ਹੁਣ ਕਹਿੰਦੇ ਮਾਈ ਉਸਦੀ ਜੁੱਤੀ ਨੂੰ ਹੱਥ ਲਾ ਬੈਠੀ। ਹੁਣ ਜੁੱਤੀ ਨੂੰ ਹੱਥ ਲਾ ਬਿਠਿਆ ਤੇ ਉਹਦੇ ਜੁੱਤੀ ਪਾ ਲਈ। ਦੇਖ ਕੇ ਜਦੋਂ ਉਹਨੇ ਜੁੱਤੀ ਪਾਈ ਤੇ ਉਹਨੇ ਕਿਹਾ ਵੀ ਜੋੜਾ ਤਾਂ ਉਹਦਾ ਹੈ। ਮਾਈ ਬੜੀ ਖਿਜੀ ਵੀ ਸਾਰਾ ਕੁਝ ਕਰਨਾ ਹੀ ਭੁੱਲ ਗਈ, ਸੇਵਾ ਵੀ ਭੁੱਲ ਗਈ, ਮੂੰਹ ਤੋਂ ਬਾਣੀ ਵੀ ਭੁੱਲ ਗਈ, ਜੇ ਜੋੜੇ ਝਾੜਨੇ ਵੀ ਭੁੱਲ ਗਈ। ਜੋੜੇ ਝਾੜਦਿਆਂ ਝਾੜਦਿਆਂ ਹੀ ਕਹਿੰਦੇ ਉੱਠ ਕੇ ਉੱਥੋਂ ਚਲੀ ਗਈ। ਉੱਠ ਕੇ ਆਪਣੇ ਘਰ ਗਈ, ਜਾ ਕੇ ਸਣੇ ਕੱਪੜਾ ਇਸ਼ਨਾਨ ਕੀਤਾ ਤੇ ਆਪਣੇ ਵੱਲੋਂ ਪਵਿੱਤਰ ਹੋ ਕੇ ਗੁਰਦੁਆਰੇ ਆਈ। ਉਸਨੇ ਉਸ ਵਿਚਾਰੇ ਨੇ, ਗਰੀਬ ਨੇ, ਇਹ ਦੂਜੇ ਲਫ਼ਜ਼ਾਂ 'ਚ ਮੈਂ ਇਹ ਗੱਲ ਕਹਿ ਦਿਆਂ ਵੀ ਧਰਮੀ ਸਭ ਬੰਦਿਆਂ ਦੇ ਜੋੜਿਆਂ ਵਿੱਚ ਆਪਣੀ ਜੁੱਤੀ ਰੱਖ ਕੇ ਉਸ ਪ੍ਰੇਮਨ ਮਾਈ ਦਾ ਧਰਮੀ ਭ੍ਰਿਸ਼ਟ ਕਰ ਦਿੱਤਾ। ਜੋ ਉਸ ਵੇਲੇ ਜੇ ਉਹਨੂੰ ਪਤਾ ਹੀ ਨਾ ਲੱਗਦਾ ਤੇ ਕਹਿੰਦੇ ਖਬਰੇ ਕੀ ਉੱਥੇ ਅਨਰਥ ਵਰਤ ਜਾਂਦਾ। ਇਹ ਕਹਾਣੀ ਲਗਭਗ ਸਾਰਿਆਂ ਦੀ ਹੈ। ਇਹ ਅੰਦਰੋਂ ਅਸੀਂ ਜੋ ਮਰਜ਼ੀ ਬਾਹਰੋਂ ਕਹੀ ਚੱਲੀਏ, ਬਾਹਰਮੁਖੀ ਗੱਲਾਂ ਅਸੀਂ ਜਿਵੇਂ ਮਰਜ਼ੀ ਕਰ ਲਈਏ, ਪਰ ਨਫ਼ਰਤ ਇੱਕ ਪਾਸਾ ਤੇ ਮਨੁੱਖਤਾ ਦਾ ਪਿਆਰ ਇੱਕ ਪਾਸਾ, ਦੋ ਵੱਖਰੇ ਵੱਖਰੇ ਰਸਤੇ ਹਨ। ਠੀਕ ਹੈ, ਉਸ ਲੈਵਲ ਦੇ ਅੰਦਰ ਉਸ ਲੈਵਲ ਦੀ ਸ਼ਾਇਦ ਨਫ਼ਰਤ ਨਾ ਹੋਵੇ, ਲੇਕਿਨ ਜਦੋਂ ਅਸੀਂ ਵੀ ਦੇਖਦੇ ਹਾਂ ਕਿਸੇ ਨੂੰ, ਮਾੜੇ ਕੱਪੜੇ ਵਾਲੇ ਨੂੰ, ਪਾਟੇ ਕੱਪੜਿਆਂ ਵਾਲਿਆਂ ਨੂੰ, ਤਾਂ ਸਾਡਾ ਵੀ ਧਿਆਨ ਉਹਦੇ ਪ੍ਰਤੀ ਉਹਨੂੰ ਦੁਰਕਾਰਨ ਵਾਲੇ ਪਾਸੇ ਹੀ ਜਾਂਦਾ ਹੈ। ਕਦੀ ਉਹਦੀ ਮਜਬੂਰੀ ਦਾ, ਕਦੀ ਅਸੀਂ ਉਸਦੇ ਨੇੜੇ ਹੋ ਕੇ ਕਦੀ ਉਹਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸ ਮਜਬੂਰੀ ਦੇ ਨਾਲ ਉਹ ਇਸ ਅਵਸਥਾ ਦੇ ਉੱਤੇ ਪਹੁੰਚਿਆ। ਹੁਣ ਧਰਮ ਇਹ ਸਿਖਾਉਂਦਾ ਨਹੀਂ ਹੈ। ਧਰਮ ਇੱਕ ਜੀਵਨ ਜਾਚ ਸੀ। ਧਰਮ ਇਹ ਗੱਲ ਨਹੀਂ ਸਿਖਾਉਂਦਾ। ਧਰਮ ਕਹਿੰਦਾ ਹੈ ਫਰੀਦਾ ਖਾਲਕ ਖਲਕ ਮੈਂ, ਖਲਕ ਬਸੇ ਰੱਬ ਮਾਰ। ਧਰਮ ਇਹ ਗੱਲ ਸਿਖਾਉਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਉਹੀ ਗੱਲ ਕਹਿੰਦੇ ਨੇ। ਕਹਿੰਦੇ ਨੇ ਇਕੱਲੇ ਮਨ ਮੈਦਾਨ ਕਰਨ ਦਾ ਮਤਲਬ ਇਕੱਲਾ ਇਹ ਨਹੀਂ ਹੈ ਵੀ ਅਸੀਂ ਇੰਨੀ ਕੁ ਸੀਮਤ ਤੱਕ ਕਹਿ ਦਈਏ ਬਸ ਠੀਕ ਹੋ ਗਿਆ, ਸਾਰਾ ਕੁਛ ਠੀਕ ਹੋ ਗਿਆ। ਇੱਥੇ ਖਾਲਕ ਨੂੰ ਖਲਕਤ ਵਿੱਚ ਦੇਖਣਾ ਪਵੇਗਾ। ਸਾਨੂੰ ਹਰ ਵਿੱਚੋਂ ਖਲਕਤ ਵਿੱਚ ਵਸਦੇ ਹੋਏ ਜੋ ਖਾਲਕ ਦੇਖਣਾ ਪਵੇਗਾ। ਇੱਕ ਪਾਸੇ ਤਾਂ ਅਸੀਂ ਨੀਵੀਂ ਜਾਤ ਕਹਿ ਕੇ ਉਹਨਾਂ ਨਾਲ ਨਫ਼ਰਤ ਕਰਦੇ ਹਾਂ, ਉਹਨਾਂ ਨਾਲ ਛੂੰਹਦੇ ਤੱਕ ਨਹੀਂ, ਹੱਥ ਤੱਕ ਨਹੀਂ ਲਾਉਂਦੇ। ਦੂਜੇ ਪਾਸੇ ਅਸੀਂ ਇਹਨੂੰ ਧਰਮ ਸਮਝੀ ਬੈਠੇ ਹਾਂ, ਅਸੀਂ ਇਹਨੂੰ ਧਰਮ ਵੀ ਸਮਝਦੇ ਹਾਂ। ਲੇਕਿਨ ਸਤਿਗੁਰੂ ਤਾਂ ਕਹਿੰਦੇ ਨਹੀਂ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸੋ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਤਾਂ ਇਹ ਗੱਲ ਕਹਿੰਦੇ ਨੇ। ਬੜੀ ਹੈਰਾਨੀ ਦੀ ਬਾਤ ਹੈ। ਮਨੁੱਖ ਨਾਲ ਨਫ਼ਰਤ ਕਰੇ, ਮਨੁੱਖ ਨਾਲ ਨਫ਼ਰਤ ਕਰੇ ਤੇ ਦੂਜੇ ਪਾਸੇ ਧਰਮੀ ਹੋਣ ਦਾ ਦਾਅਵਾ ਕਰੇ। ਇਹ ਗੱਲ ਕੋਈ ਇਨਸਾਨੀਅਤ ਦੇ ਪਦਵੀ ਦੀ ਨਹੀਂ ਹੈ। ਗੰਗਾ ਦੇ ਕੰਢੇ ਤੇ ਇੱਕ ਵੈਸ਼ਨਵ ਸਾਧੂ ਰਹਿੰਦਾ ਹੈ, ਬੜਾ ਧਰਮੀ, ਗੰਗਾ 'ਚ ਕਿੰਨੀ ਵਾਰੀ ਰੋਜ਼ ਇਸ਼ਨਾਨ ਕਰਨ ਵਾਲਾ, ਕਿਸੇ ਦੇ ਹੱਥ ਦਾ ਭੋਜਨ ਵੀ ਨਹੀਂ ਛਕਦਾ। ਇਹ ਹਰਿਦੁਆਰ ਦੀ ਧਰਤੀ ਤੇ ਆਪਣਾ ਟਿਕਾਣਾ ਬਣਾ ਲਿਆ ਹੈ, ਇਹ ਦੱਸਣ ਲਈ ਕਿ ਮੈਂ ਵੱਡਾ ਧਰਮੀ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਹਿਲੀ ਉਦਾਸੀ ਆਰੰਭ ਕੀਤੀ, ਇਸ ਤੀਰਥ ਦੇ ਉੱਤੇ ਜੋ ਹਿੰਦੂ ਧਰਮ ਦਾ ਤੀਰਥ ਸੀ ਜਾ ਪਹੁੰਚੇ। ਵੇਖਿਆ ਇਸ ਵੈਸ਼ਨਵ ਸਾਧੂ ਦੇ ਸਾਰੀ ਕਰਤੂਤ ਨੂੰ ਵੇਖਿਆ। ਸ਼ਾਮ ਹੋਈ, ਕਿਉਂਕਿ ਵੈਸ਼ਨਵ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਦਾ ਸੀ। ਉਹਨੇ ਗੋਹਾ ਲਿਆ, ਗਾਂ ਦੇ ਗੋਹੇ ਦਾ ਪੋਚਾ ਲਾਇਆ, ਪੋਚਾ ਲਾ ਕੇ ਉਸਦੇ ਦੁਆਲੇ ਲਕੀਰਾਂ ਖਿੱਚ ਦਿੱਤੀਆਂ, ਲਾਈਨਾਂ ਬਣਾ ਦਿੱਤੀਆਂ। ਇਸ ਲਾਈਨ ਦੇ ਅੰਦਰ ਹੁਣ ਕਿਸੇ ਮਨੁੱਖ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਕਿਉਂਕਿ ਅਗਰ ਪਰਛਾਵਾਂ ਪੈ ਜਾਏਗਾ ਤੇ ਇਹ ਮੇਰਾ ਚੌਂਕਾ ਭ੍ਰਿਸ਼ਟ ਹੋ ਜਾਏਗਾ। ਮੈਂ ਪਵਿੱਤਰ ਕੀਤਾ ਗਾਂ ਦਾ ਗੋਹਾ ਲੈ ਕੇ। ਗਾਂ ਦਾ ਗੋਹਾ, ਗਾਂ ਦਾ ਮੂਤਰ ਮਨੁੱਖ ਨਾਲੋਂ ਜ਼ਿਆਦਾ ਕੀਮਤੀ ਹੈ। ਦੇਖੋ, ਸਮਝਣ ਦੀ ਗੱਲ ਦੇਖੋ।
ਇਨਸਾਨ ਤੋਂ ਨਫ਼ਰਤ ਹੈ ਤੇ ਗੰਦੀ ਚੀਜ਼ ਜਿਹੜੀ ਹੈ, ਜੋ ਗੰਦਗੀ ਹੈ, ਉਹਦੇ ਨਾਲ ਪਿਆਰ ਹੈ, ਉਹਦੇ ਨਾਲ ਮੁਹੱਬਤ, ਉਹਦਾ ਪੋਚਾ ਲਾਇਆ ਜਾ ਰਿਹਾ। ਉਹਦੇ ਲਈ ਇਨਸਾਨ ਦੇ ਪਰਛਾਵੇਂ ਲਈ ਲਕੀਰ ਖਿੱਚ ਦਿੱਤੀ ਹੈ, ਲੇਕਿਨ ਉਸ ਗੰਦਗੀ ਵਾਲੇ ਗੋਹੇ ਦੇ ਨਾਲ ਪੋਚਾ ਲੱਗ ਗਿਆ। ਇਨਸਾਨ ਆਪਣੇ ਆਪ ਨੂੰ ਧਰਮੀ ਕਹਾ ਰਿਹਾ ਹੈ, ਆਪਣੇ ਆਪ ਨੂੰ ਧਰਮ ਦੀ ਗੱਲ ਕਰਨ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ, ਮਰਦਾਨੇ ਅੱਗ ਬਲੀ ਹੈ, ਜਾਓ ਅੱਗ ਲਿਆਓ, ਅਸੀਂ ਵੀ ਆਪਣਾ ਭੋਜਨ ਤਿਆਰ ਕਰੀਏ। ਭਾਈ ਮਰਦਾਨਾ ਜੀ ਅੱਗ ਲੈਣ ਲਈ ਗੁਰੂ ਦਾ ਹੁਕਮ ਮੰਨ ਕੇ ਉਹਦੇ ਕੋਲ ਪਹੁੰਚੇ ਹੀ ਸਨ ਕਿ ਸੱਤੀ ਕੱਪੜੀ ਅੱਗ ਲੱਗ ਗਈ। ਰੋਜ਼ 5 ਵਾਰੀ ਗੰਗਾ ਚ ਨਹਾਉਣ ਵਾਲਾ ਇਹ ਸਾਧੂ ਅੱਗ ਵਾਂਗੂ ਮਚ ਉੱਠਿਆ। ਓਏ ਤੂੰ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਬੜੀ ਮੁਸ਼ਕਿਲ ਨਾਲ ਤਾਂ ਮੈਂ ਗਾਂ ਦਾ ਗੋਹਾ ਲੈ ਕੇ ਚੌਂਕਾ ਪਵਿੱਤਰ ਕੀਤਾ ਸੀ, ਹੁਣ ਤੇਰੇ ਪਰਛਾਵੇਂ ਨਾਲ ਮੇਰਾ ਚੌਂਕਾ ਭਿੱਟਿਆ ਗਿਆ, ਮੈਂ ਹੁਣ ਭੋਜਨ ਕਿੱਥੋਂ ਬਣਾਵਾਂਗਾ? ਤੈਨੂੰ ਛੱਡਣਾ ਹੀ ਨਹੀਂ, ਜਿਉਂਦੇ ਹੀ ਸਾੜ ਦੇਣਾ। ਬਲਦੀ ਹੋਈ ਅੱਗ ਲੈ ਕੇ ਭਾਈ ਮਰਦਾਨਾ ਜੀ ਦੇ ਕੋਲ ਪਹੁੰਚ ਗਿਆ। ਭਾਈ ਮਰਦਾਨਾ ਜੀ ਦੇ ਪਿੱਛੇ ਲੱਗ ਤੁਰਿਆ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕੋਲ ਪਹੁੰਚ ਕੇ ਕਹਿਣ ਲੱਗੇ, ਭਾਈ ਕੀ ਹੋਇਆ? ਜੀ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕੀਤਾ। ਉਹ ਕਿਵੇਂ? ਇਹਦਾ ਪਰਛਾਵਾਂ ਮੇਰੇ ਚੌਂਕੇ ਵਿੱਚ ਪੈ ਗਿਆ। ਹੁਣ ਗੁਰੂ ਨਾਨਕ ਸਮਝਾਉਂਦੇ ਨੇ, ਸਾਧੂ ਧਰਮ ਨਹੀਂ ਸਿਖਾਉਂਦਾ ਇਨਸਾਨ ਨਾਲ ਨਫ਼ਰਤ ਕਰਨੀ, ਧਰਮ ਨਹੀਂ ਸਿਖਾਉਂਦਾ ਕਿਸੇ ਲੋੜਵੰਦ ਨੂੰ ਜਿਉਂਦਿਆਂ ਸਾੜ ਦੇਣਾ। ਧਰਮ ਦਾ ਉਦੇਸ਼, ਧਰਮ ਸਿਖਾਉਂਦਾ ਹੈ ਕਿਸੇ ਲੋੜਵੰਦ ਦੀ ਮਦਦ ਕਰਨਾ। ਧਰਮ ਸਿਖਾਉਂਦਾ ਹੈ ਤੇਰੇ ਕ੍ਰੋਧ ਵਾਂਗੂ ਲਾਲ ਪੀਲਾ ਨਹੀਂ ਸਿਖਾਉਂਦਾ, ਕ੍ਰੋਧ ਦੀ ਅੱਗ ਵਿੱਚ ਸੜਨਾ ਨਹੀਂ ਸਿਖਾਉਂਦਾ। ਧਰਮ ਤਾਂ ਨਿਮਰਤਾ, ਸੀਤਲਤਾ ਦੀ ਠੰਡਕ ਵਿੱਚ ਮਿਲਦਾ ਹੈ। ਕਿੱਥੇ ਗੁਰੂ ਗੱਲਾਂ ਕਰੇਗਾ? ਬਾਬੇ ਨੇ ਗੱਲ ਕੀਤੀ, ਕਹਿੰਦੇ ਸਾਧੂ ਦੇਖ, ਕਬੁੱਧ ਡੂਮਨੀ, ਕੁਦਇਆ ਕਸਾਇਨ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੇ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਬੁੱਧ ਭੈੜੀ ਬੁੱਧੀ, ਡੂਮਣੀ ਦਾ ਰੂਪ ਧਰ ਕੇ ਬੈਠੀ ਹੋਈ, ਕੁਦਿਆ ਕਸਾਈ ਦਾ ਰੂਪ ਧਰ ਕਰਕੇ ਬੈਠੀ ਹੋਈ, ਕਿਸੇ ਦੀ ਨਿੰਦਾ ਕਰਨ ਦੀ ਵਾਦੀ, ਜਿਨ੍ਹਾਂ ਨੂੰ ਅਸੀਂ ਚੂੜ ਚੂੜ ਕਹਿ ਕੇ ਭਣਦੇ ਹਾਂ, ਉਹ ਤੇਰੇ ਅੰਦਰ ਬੈਠੀ ਹੈ। ਕ੍ਰੋਧ ਤੇਰੇ ਅੰਦਰ ਚੰਡਾਲ ਦਾ ਰੂਪ ਧਾਰਨ ਕਰਕੇ ਬੈਠਾ ਹੈ। ਉਹ ਸਾਧੂ ਘਰ ਹੀ ਕੱਢੇ ਕਿਆ ਥੀਏ, ਲਕੀਰਾਂ ਖਿੱਚਣ ਨਾਲ ਕੀ ਹੋ ਜਾਏਗਾ? ਜਾਂ ਚਾਰੇ ਤੇਰੇ ਨਾਲ ਬੈਠੇ ਹੋਈਆਂ ਨੇ, ਭੈੜੀਆਂ ਚੀਜ਼ਾਂ ਤਾਂ ਤੇਰੇ ਨਾਲ ਨੇ, ਤੋ ਇਹ ਲਕੀਰਾਂ ਖਿੱਚਣ ਦਾ ਕੁਝ ਨਹੀਂ ਬਣਨਾ। ਲਕੀਰਾਂ ਖਿੱਚਣ ਨਾਲ ਕੁਝ ਨਹੀਂ ਬਣਨਾ। ਕਰਨਾ ਕੀ ਹੈ? ਸੱਚ ਸੰਜਮ ਕਰਨੀ ਕਾਰਾਂ, ਨਾਵਨ ਨਾਉ ਜਪਈ, ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਧ ਨਾ ਦੇ। ਇਹ ਜਿਹੜਾ ਤੂੰ ਕਹਿੰਦਾ ਨਾ ਮੈਂ ਸੰਜਮੀ ਬਣ ਗਿਆ, ਸੱਚ ਨੂੰ ਜੀਵਨ ਦਾ ਆਧਾਰ ਬਣਾ। ਸਾਧੂ ਕਰਨੀ ਉੱਚੇ ਅਚਰਨ ਦੀਆਂ ਲਕੀਰਾਂ ਖਿੱਚ, ਕਰਨੀ ਕਾਰਾਂ, ਇਹ ਕਾਰਾਂ ਜਿਹੜੀਆਂ ਨੇ ਇਹ ਕਰਨੀ ਦੀਆਂ ਬਣਾ। ਤੀਰਥਾਂ ਦੇ ਨਹਾਉਣ ਦੀ ਥਾਂ ਤੇ ਵਾਹਿਗੁਰੂ ਦੀ ਯਾਦ ਵਿੱਚ ਨਹਾ, ਨਾਵਨ ਨਾਉ ਜਪਈ। ਤੇ ਹੇ ਸਾਧੂ, ਵਾਹਿਗੁਰੂ ਦੇ ਘਰ ਵਿੱਚ ਉਹੀ ਬੰਦਾ ਪ੍ਰਵਾਨ ਹੈ ਜੋ ਜੀਵਨ ਵਿੱਚ ਪਾਪਾਂ ਨੂੰ, ਮਾੜੇ ਕਰਮਾਂ ਨੂੰ ਥਾਂ ਨਹੀਂ ਦਿੰਦਾ। ਦੂਜਾ ਬੰਦਾ ਪ੍ਰਵਾਨ ਨਹੀਂ ਹੈ। ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਧ ਨਾ ਦੇਈ। ਇਹ ਧਰਮ ਦੀ ਇੱਕ ਸਿੱਖਿਆ ਸਾਡੇ ਲਈ ਗੁਰੂ ਪਾਤਸ਼ਾਹ ਨੇ ਸਾਡੇ ਲਈ ਪੂਰਨੇ ਪਾਏ ਹਨ। ਜਿਸ ਪਰਮਾਤਮਾ ਨੂੰ ਅਸੀਂ ਮਿੱਟੀ ਦੇ, ਪੱਥਰ ਦੇ, ਸੰਗਮਰਮਰ ਦੇ ਬਣੇ ਹੋਏ ਗੁਰਦੁਆਰਿਆਂ ਵਿੱਚ ਜਾ ਕੇ ਪੂਜਦੇ ਹਾਂ, ਭਾਈ ਉਸ ਦਾ ਅਸਲੀ ਟਿਕਾਣਾ ਤਾਂ ਮਨੁੱਖ ਮੰਦਰ ਹੈ, ਮਨੁੱਖ ਦਾ ਸਰੀਰ ਹੈ, ਉਸਦਾ ਅਸਲੀ ਟਿਕਾਣਾ ਹੈ। ਭਾਈ ਨੰਦ ਲਾਲ ਸਿੰਘ ਜੀ ਨੇ ਇਸ ਸੰਬੰਧੀ ਬੜੇ ਪਿਆਰੀਆਂ ਗੱਲਾਂ ਲਿਖੀਆਂ ਨੇ। ਕਿਉਂਕਿ ਮੈਂ ਫਾਰਸੀ ਜਾਣਦਾ ਨਹੀਂ, ਇਸ ਕਰਕੇ ਮੈਨੂੰ ਬੋਲ ਵੀ ਨਹੀਂ ਸਕਦਾ ਠੀਕ ਢੰਗ ਨਾਲ, ਸਿਰ ਮੈਂ ਅਰਥ ਭਾਵ ਆਪ ਜੀ ਨਾਲ ਸਾਂਝੇ ਕਰ ਸਕਦਾ। ਕਹਿਣ ਲੱਗੇ, ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਗੁਰੂ ਦੇ ਦਰ, ਇਹ ਗੱਲ ਮੈਨੂੰ ਗੁਰੂ ਦੇ ਦਰ ਤੇ ਆ ਕੇ ਸਮਝ ਆਈ ਹੈ ਕਿ ਧੁਰ ਮੁੜ ਤੋਂ ਹੀ ਪਰਮਾਤਮਾ ਉਸ ਮੂਰਤੀ ਘਾੜੇ ਨੇ ਮਨੁੱਖ ਦੀ ਸਮੂਰਤੀ ਨੂੰ ਆਪਣੇ ਰਹਿਣ ਲਈ ਇੱਕ ਘਰ ਬਣਾ ਕੇ ਰੱਖਿਆ ਹੋਇਆ ਹੈ। ਭਾਈ ਨੰਦ ਲਾਲ ਸਿੰਘ ਜੀ ਲਿਖਦੇ ਨੇ ਕਿ ਨਕਾਸ਼ ਅੱਜ ਬਰਾਏ ਬੂਧ ਨੇ ਖੁਦ ਖਾਨੇ ਮਿਹਸ਼ਾਦ। ਬੜਾ ਕਮਾਲ ਦੀ ਉਹਨਾਂ ਦੀ
ਗਜ਼ਲਾਂ ਨੇ, ਜਿਨ੍ਹਾਂ ਨੂੰ ਫਾਰਸੀ ਆਉਂਦੀ ਉਹ ਸਮਝ ਸਕਦੇ ਆ, ਕਿਉਂਕਿ ਮੈਂ ਇਹਦਾ ਗਿਆਤਾ ਨਹੀਂ, ਇਸ ਕਰਕੇ ਮੈਂ ਜੋ ਅਰਥ ਭਾਵ ਹੀ ਤੁਹਾਡੇ ਨਾਲ ਸਾਂਝੇ ਕਰ ਸਕਦਾ ਹਾਂ। ਰੱਬ ਨੂੰ ਤੀਰਥਾਂ ਉੱਤੇ ਵਸਦਾ ਜਾ ਕੇ, ਜਾਂ ਮੱਕੇ ਵਿੱਚ ਵਸਦਾ ਜਾ ਕੇ, ਸਾਡੇ ਵੀ ਕੁਝ ਐਸੇ ਸਿੱਖ ਗੁਰਸਿੱਖ ਪਿਆਰੇ ਨੇ, ਕਹਿੰਦੇ ਰੱਬ ਤਾਂ ਕੇਵਲ ਦਰਬਾਰ ਸਾਹਿਬ 'ਚ ਹੀ ਵਸਦਾ ਹੈ। ਕੋਈ ਕਹਿੰਦਾ ਨਹੀਂ, ਰੱਬ ਤਾਂ ਕੋਈ ਪਟਨਾ ਸਾਹਿਬ ਵਿਖੇ ਵਸਦਾ ਹੈ। ਕਈਆਂ ਦਾ ਰੱਬ ਅਨੰਦਪੁਰ ਸਾਹਿਬ ਵਿਖੇ ਵਸਦਾ ਹੈ। ਕਈਆਂ ਦਾ ਰੱਬ ਤਲਵੰਡੀ ਸਾਬੋ ਕੇ ਵਸਦਾ ਹੈ। ਭਲਿਓ ਦੇਖੋ, ਕਮਾਲ ਦੀ ਗੱਲ ਹੈ ਵੀ ਜਿਹੜੀ ਗੱਲ ਅਸੀਂ ਇਹ ਸਮਝਦੇ ਨਹੀਂ ਵੀ ਰੱਬ ਨੇ ਤਾਂ ਇਹ ਮੂਰਤੀ ਸਾਡੀ ਸਰੀਰ ਦੀ ਆਪਣਾ ਘਰ ਰਹਿਣ ਲਈ ਘਰ ਬਣਾਇਆ ਰਹਿਣ ਲਈ। ਰੱਬ ਦਾ ਵਾਸਾ ਤਾਂ ਸਾਡੇ ਨਾਲ ਹੈ। ਸਭ ਕੁਛ ਘਰ ਹੈ, ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਸਭ ਕੁਛ ਘਰ ਮੈਂ ਹੈ। ਦੇਖਣ ਦੀ ਤਾਂ ਲੋੜ ਸੀ ਅੰਦਰ ਦੀ, ਅਸੀਂ ਸੋਚਿਆ ਰੱਬ ਦਾ ਟਿਕਾਣਾ ਬਾਹਰ ਹੈ। ਜਿਹੜੇ ਬੇਸਿਕ ਚੀਜ਼ਾਂ ਸੀ ਰੱਬ ਨੂੰ ਸਮਝਣ ਦੇ ਲਈ, ਰੱਬ ਨੂੰ ਮਿਲਣ ਦੇ ਲਈ, ਰੱਬ ਨਾਲ ਮਿਲਾਪ ਕਰਨ ਦੇ ਲਈ, ਉਹ ਬੇਸਿਕ ਚੀਜ਼ਾਂ ਨਹੀਂ ਅਸੀਂ ਗ੍ਰਹਿਣ ਕਰ ਸਕੇ। ਬੇਸਿਕ ਚੀਜ਼ਾਂ ਅਸੀਂ ਤਾਂ ਹੀ ਤਾਂ, ਜੇ ਭਗਤ ਕਬੀਰ ਜੀ ਦਾ ਇੱਕ ਸ਼ਬਦ ਬੜਾ ਪਿਆਰਾ ਜਿਹਾ ਆਉਂਦਾ ਹੈ, ਉਹਨਾਂ ਨੇ ਲਿਖਿਆ ਰੱਬ ਨੂੰ ਮੱਕੇ ਵਿੱਚ ਵਸਦਾ ਸਮਝ ਕੇ ਤੀਰਥ ਯਾਤਰਾ ਤੇ ਹੱਜ ਕਰਨ ਵਾਲਿਆਂ ਨੂੰ, ਭਗਤ ਕਬੀਰ ਜੀ ਨੇ ਇਹ ਬੜੇ ਕਮਾਲ ਦੀ ਗੱਲ ਕੀਤੀ ਹੈ। ਕਹਿੰਦੇ ਮੇਰਾ ਹੱਜ ਅਤੇ ਗੋਮਤੀ ਦਾ ਤੀਰਥ ਇਸ਼ਨਾਨ ਮੇਰੇ ਅੰਦਰ ਦੇ ਵਸਦੇ ਰੱਬ ਦੀ ਯਾਦ ਹੈ। ਬਸ ਰੱਬ ਕਹਿੰਦੇ ਹਜ਼ ਹਮਾਰੀ ਗੋਮਤੀ ਤੀਰ। ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ, ਜਹਾਂ ਬਸੇ ਪੀਤੰਬਰ ਪੀਰ, ਜਿੱਥੇ ਮੇਰਾ ਪਤੰਬਰ ਵਸਦਾ ਹੈ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਵਾਹ ਵਾਹ ਕਿਆ ਖੂਬ ਗਾਵਤਾ ਹੈ। ਵਾਹ। ਉਹ ਕਹਿੰਦੇ ਨੇ ਕਹਿਤ ਕਬੀਰ ਰਾਮ ਗੁਣ ਗਾਵੂੰ, ਹਿੰਦੂ ਤੁਰਕ ਦੋਹੋਂ ਸਮਝਾਵੂੰ। ਤੁਸੀਂ ਰੱਬ ਨੂੰ ਮੰਦਰਾਂ 'ਚ ਮਿਸ਼ਰਤ ਕਰਤਾ, ਤੁਸੀਂ ਰੱਬ ਨੂੰ ਕਿਸੇ ਨੇ ਮਸਜਿਦ ਵਿੱਚ ਤੇ ਕਿਸੇ ਨੇ ਮਸੀਤ ਵਿੱਚ ਤੇ ਕਿਸੇ ਨੇ ਮੰਦਰ ਵਿੱਚ। ਕਹਿੰਦੇ ਮੈਂ ਓਪਨ ਢੰਡੋਰਾ, ਖੁੱਲਾ ਢੰਡੋਰਾ ਦੇ ਰਿਹਾ ਦੋਨਾਂ ਦੇ ਲਈ, ਕਿ ਰੱਬ ਨਾ ਮੰਦਰ ਵਿੱਚ ਹੈ ਨਾ ਮਸੀਤ ਵਿੱਚ ਹੈ, ਰੱਬ ਹਰ ਥਾਂ ਦੇ ਉੱਤੇ ਹੈ। ਰੱਬ ਹਰ ਸਰੀਰ ਮੰਦਰ ਵਿੱਚ ਹੈ। ਸਰੀਰ ਮੰਦਰ ਨਾਲ ਨਫ਼ਰਤ, ਰੱਬ ਨਾਲ ਨਫ਼ਰਤ ਹੈ। ਬਾਬਾ ਫਰੀਦ ਜੀ ਨੇ ਰੱਬ ਨੂੰ ਸਭ ਬੰਦਿਆਂ ਵਿੱਚ, ਗਰੀਬਾਂ ਵਿੱਚ, ਨੀਵਿਆਂ ਵਿੱਚ ਵੇਖਿਆ ਤੇ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਿਰ ਇੱਕ ਗੱਲ ਯਾਦ ਰੱਖਿਓ, ਕਿਤੇ ਬੋਲ ਫਿੱਕੇ ਬੋਲ ਕੇ ਕਿਸੇ ਦਾ ਦਿਲ ਨਾ ਦਿਖਾਣਾ। ਸੱਚਮੁੱਚ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿ ਠਾਏ ਮਾਨਕ ਸਭ ਅਮੂਲ ਵੇ। 129 ਨੰਬਰ ਸ਼ਲੋਕ ਸ਼ੇਖ ਫਰੀਦ ਜੀ ਦਾ। ਸਭਨਾ ਮਨ ਮਾਨਕ, ਅਗਲਾ ਸ਼ਲੋਕ ਜਿਹੜਾ ਹੈ, ਸਭਨਾ ਮਨ ਮਾਨਕ ਠਾਹਨ ਮੂਲ ਮਚੰਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਏ ਕਾਹੀ ਦਾ। ਸਿਧਾਂਤ ਸਾਡੇ ਸਾਹਮਣੇ ਰੱਖ ਦਿੱਤਾ। ਜੇ ਮਨੁੱਖ ਰੱਬ ਦੇ ਪੈਦਾ ਕੀਤੇ ਹੋਏ ਮਨੁੱਖਾਂ ਨਾਲ ਨਫ਼ਰਤ ਕਰਦਾ ਹੈ, ਉਹ ਭਾਵੇਂ ਕਿੰਨੀਆਂ ਵੀ ਸਮਾਧੀਆਂ ਲਾ ਲਵੇ, ਕਿੰਨੇ ਵੀ ਤੀਰਥਾਂ ਦਾ ਇਸ਼ਨਾਨ ਕਰ ਲਵੇ, ਕਿੰਨੇ ਪਾਠ ਕਰ ਲਵੇ, ਕਿੰਨੇ ਗਿਰਜੇ ਮੰਦਰ ਮਸੀਤਾਂ ਗੁਰਦੁਆਰਿਆਂ ਦੀਆਂ ਦਲੀਜ਼ਾਂ ਤੇ ਨੱਕ ਰਗੜ ਲਵੇ, ਉਹ ਨੱਕ ਰਗੜ ਕੇ ਦਲੀਜ਼ਾਂ ਨੂੰ ਘਸਾ ਦੇਵੇ, ਪਰ ਰੱਬ ਨੂੰ ਖੁਸ਼ ਨਹੀਂ ਕਰ ਸਕਦਾ। ਕੇਵਲ ਮਨ ਦੀ ਸੰਤੁਸ਼ਟੀ ਕਰ ਸਕਦਾ ਹੈ ਜੇ ਉਹ ਇਨਸਾਨ ਦਾ ਨਫ਼ਰਤ ਕਰਦਾ ਹੈ। ਇਨਸਾਨੀਅਤ ਨੂੰ ਛੱਡ ਕੇ ਧਰਮ ਨਹੀਂ ਕਮਾਇਆ ਜਾ ਸਕਦਾ। ਧਰਮ ਇਨਸਾਨੀਅਤ ਸਿਖਾਉਂਦਾ ਹੈ, ਇਨਸਾਨ ਬਣਨਾ ਸਿਖਾਉਂਦਾ ਹੈ। ਤਾਈਓ ਤਾਂ ਕਿਹਾ ਜਾਂਦਾ ਹੈ ਇਨਸਾਨ ਨੂੰ ਬੰਦਿਆਂ ਬੰਦਾ ਬਣ। ਸਿਰਫ ਬੰਦੇ ਲਈ ਲਫ਼ਜ਼ ਵਰਤੇ ਜਾਂਦੇ ਨੇ, ਕਿਸੇ ਹੋਰ ਜਾਨਵਰ ਲਈ ਕਦੀ ਨਹੀਂ ਅਸੀਂ ਕਹਿੰਦੇ ਕੁੱਤਿਆ ਕੁੱਤਾ ਬਣ, ਬਲਦ ਤੂੰ ਬਲਦ ਬਣ, ਉਹਨੂੰ ਕਦੀ ਨਹੀਂ ਕਹਿੰਦੇ। ਅਸੀਂ ਸਿਰਫ ਬੰਦੇ ਲਈ ਵਰਤਦੇ ਹਾਂ, ਬੰਦਿਆਂ ਤੂੰ ਬੰਦਾ ਬਣ, ਕਿਉਂਕਿ ਬੰਦਾ ਬੰਦਾ ਹੈ, ਸ਼ਕਲ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਉਹ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਬੰਦੇ ਦਾ ਕੰਮ ਤੇ ਹੈ, ਬੰਦਾ ਇਹ ਕੁਝ ਕਰ ਰਿਹਾ ਹੈ। ਤੋ
ਕਰੋੜਾਂ ਬੰਦਿਆਂ ਨੂੰ ਨੀਵੀਂ ਜਾਤ ਵਾਲੇ ਕਹਿ ਕੇ ਉਹਨਾਂ ਨੂੰ ਪੈਰਾਂ ਹੇਠ ਲਿਤਾੜਿਆ ਜਾਂਦਾ ਹੈ। ਕਰੋੜਾਂ ਬੰਦਿਆਂ ਨੂੰ ਅੱਜ ਵੀ ਸਾਡੇ ਦੇਸ਼ ਵਿੱਚ ਵੀ, ਭਾਰਤ ਦੇਸ਼ ਵਿੱਚ ਹੀ, ਕਿ ਬਾਕੀ ਦੇਸ਼ਾਂ 'ਚ ਵੀ ਥੋੜ੍ਹਾ ਬਹੁਤ ਮੈਨੂੰ ਜਾਣਕਾਰੀ ਨਹੀਂ ਹੈ, ਲੇਕਿਨ ਉੱਥੋਂ ਦੀ ਜਾਣਕਾਰੀ ਹੈ ਕਿ ਉਹਨਾਂ ਨੂੰ ਕੰਗਾਲ ਬਣਾ ਕੇ, ਕਮਜ਼ੋਰ ਕਰਕੇ, ਨਿਤਾਣੇ ਕਰਕੇ, ਇੰਨਾ ਕੁ ਉਹਨਾਂ ਨੂੰ ਅੰਦਰੋਂ ਨਿਮੋ ਝੂਣਾ ਕਰ ਦਿੱਤਾ ਕਿ ਉਹਨਾਂ ਨੂੰ ਮਨੁੱਖ ਹੋਣ ਦਾ ਅਹਿਸਾਸ ਵੀ ਚਲਾ ਗਿਆ। ਮਨੁੱਖ ਹੋਣ ਦਾ ਅਹਿਸਾਸ ਵੀ ਅੰਦਰੋਂ ਜਾਂਦਾ ਰਿਹਾ ਵੀ ਅਸੀਂ ਸੱਚਮੁੱਚ ਮਨੁੱਖ ਹਾਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨਿਤਾਣਿਆਂ ਦੇ ਲਈ ਸੁਨੇਹਾ ਲੈ ਕੇ ਆਏ ਸੀ, ਉਹ ਤੁਸੀਂ ਮਨੁੱਖ ਹੋ, ਚੰਗੇ ਭਲੇ ਮਨੁੱਖ ਹੋ, ਇਨਸਾਨ ਹੋ, ਤੇ ਇਨਸਾਨ ਵੀ ਹੋ ਜਿਨ੍ਹਾਂ ਨੇ ਦੁਨੀਆ ਦੀ ਤਕਦੀਰ ਨੂੰ ਬਦਲ ਦੇਣਾ ਹੈ। ਗੁਰੂ ਨਾਨਕ ਇਹ ਗੱਲ ਸਮਝਾਉਂਦੇ ਸਨ, ਤੁਹਾਡੇ ਅੰਗ ਵੀ ਉਹੋ ਜਿਹੇ ਹਨ, ਤੁਹਾਡਾ ਰੂਪ ਵੀ ਉਹੋ ਜਿਹਾ ਹੈ ਜਿਹੋ ਜਿਹੇ ਇਹਨਾਂ ਹੰਕਾਰੀਆਂ ਦੇ ਹਨ। ਸੌਰੀ, ਮਾਫ ਕਰਨਾ, ਜਿਹੋ ਜਿਹੇ ਹੰਕਾਰੀਆਂ ਦੇ ਹਨ, ਜਿਹੜੇ ਤੁਹਾਨੂੰ ਨੀਵੇਂ ਨੀਵੇਂ ਆਖ ਕੇ ਭੰਡਦੇ ਨੇ, ਦੁਕਾਰ ਰਹੇ ਹਨ। ਤੁਸੀਂ ਵੀ ਉਹਨਾਂ ਤੱਤਾਂ ਤੋਂ ਬਣੇ ਹੋ ਜਿਨ੍ਹਾਂ ਤੱਤਾਂ ਤੋਂ ਇਹ ਬਣੇ ਨੇ, ਜਿਨ੍ਹਾਂ ਤੋਂ ਇਹ ਲੋਕ ਬਣੇ ਨੇ। ਤੇ ਦੂਜੇ ਪਾਸੇ ਜਿਹੜੇ ਹੰਕਾਰੀ ਸਨ ਗੁਰੂ ਨਾਨਕ ਪਾਤਸ਼ਾਹ, ਉਹਨਾਂ ਨੂੰ ਵੀ ਇਹ ਗੱਲ ਸਮਝਾ ਦਿੱਤੀ ਕਿ ਇਹੋ ਗੱਲ ਕਿ ਇਹ ਲੋਕ ਵੀ ਤੁਹਾਡੇ ਵਰਗੇ ਇਨਸਾਨ ਹਨ, ਜਿਨ੍ਹਾਂ ਨੂੰ ਤੁਸੀਂ ਖੂਹ ਤੇ ਪਾਣੀ ਨਹੀਂ ਪੀਣ ਦਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਇੰਨਾ ਕੁ ਸਮਾਜ ਦੇ ਵਿੱਚ ਦੁਰਾਕਾਰ ਕੀਤਾ ਜਾਂਦਾ ਸੀ ਨਾ ਲੋਕਾਂ ਨੂੰ, ਵੀ ਇੱਕ ਕੁੱਤਾ ਤਾਂ ਖੂਹ ਦੇ ਉੱਤੇ ਚੜ੍ਹ ਕੇ ਪਾਣੀ ਪੀ ਸਕਦਾ ਸੀ, ਪਰ ਨੀਵੇਂ ਜਾਤ ਦੇ ਘਰ ਜਨਮ ਲੈਣ ਵਾਲਾ ਮਨੁੱਖ ਪਾਣੀ ਨਹੀਂ ਸੀ ਪੀ ਸਕਦਾ। ਉਹਨੂੰ ਤਾਂ ਗੱਲ ਵਿੱਚ ਤੱਲੀ ਪਾ ਕੇ ਆਉਣਾ ਪੈਂਦਾ ਸੀ ਕਿ ਕਿਤੇ ਬ੍ਰਾਹਮਣ ਦਾ ਦਰਸ਼ਨ ਨਾ ਕਰ ਲਵੇ, ਉਹਦਾ ਜਨਮ ਭ੍ਰਿਸ਼ਟ ਹੋ ਜਾਏਗਾ। ਉਹ ਟੱਲੀ ਖੜਕਣੀ ਚਾਹੀਦੀ ਹੈ ਜਿਹਨੇ ਸ਼ੂਦਰ ਦੇ ਘਰ ਜਨਮ ਲੈ ਲਿਆ। ਉਹਨੂੰ ਧਰਮ ਕਰਮ ਕਰਨ ਦਾ ਅਧਿਕਾਰ ਨਾ ਦਿੱਤਾ ਗਿਆ। ਜੇ ਉਹ ਕਿਤੇ ਗੱਲ ਸੁਣ ਲਵੇ, ਕੰਨਾਂ 'ਚ ਤੇਲ ਪਾ ਕੇ ਸਾੜ ਦਿਓ, ਇਹਦੀ ਸੁਣਨ ਦੀ ਸ਼ਕਤੀ ਬੰਦ ਕਰ ਦਿਓ। ਜ਼ਬਾਨ ਤੋਂ ਬੋਲ ਦੇਵੇ, ਜ਼ਬਾਨ ਕੱਟ ਦਿਓ। ਪੈਰਾਂ ਨਾਲ ਚੱਲ ਕੇ ਮੰਦਰ ਚਲਾ ਜਾਏ, ਪੈਰ ਲਾ ਦਿਓ। ਹੱਥਾਂ ਨਾਲ ਕਿਤੇ ਸੇਵਾ ਕਰ ਲਵੇ ਤਾਂ ਹੱਥ ਵੜ ਦਿਓ। ਇਹੋ ਜਿਹਾ ਧਰਮ ਸੀ, ਇਹੋ ਜਿਹੀ ਇਨਸਾਨੀਅਤ ਗੁਰੂ ਸੀ। ਉਸ ਕੀ ਇਨਸਾਨੀਅਤ ਹੈ? ਬੰਦਾ ਬੰਦੇ ਦੇ ਉੱਚੀ ਜਾਤ ਵਾਲਾ ਥੁੱਕਣਾ ਚਾਹਵੇ ਤੇ ਨੀਵੀਂ ਜਾਤ ਦੇ ਨੂੰ ਹੁਕਮ ਕਰਤਾ ਜ਼ਮੀਨ ਤੇ ਲੰਮਾ ਪਾ ਕੇ ਆਪਣਾ ਮੂੰਹ ਖੋਲ ਦੇ, ਤਾਂ ਕਿ ਉੱਚੀ ਜਾਤ ਵਾਲਾ ਤੇਰੇ ਮੂੰਹ ਵਿੱਚ ਚੰਗੀ ਤਰ੍ਹਾਂ ਥੁੱਕ ਸਕੇ। ਬੰਦਾ ਬੰਦੇ ਦੇ ਮੂੰਹ ਵਿੱਚ ਥੁੱਕੇ, ਕੀ ਸੱਚਮੁੱਚ ਬੰਦੇ ਵਾਲੇ ਕੰਮ ਨੇ? ਇਨਸਾਨੀਅਤ ਵਾਲੇ ਕੰਮ ਨੇ? ਤਾਈਓ ਤਾਂ ਭਾਈ ਵੀਰ ਸਿੰਘ ਜੀ ਲਿਖਦੇ ਨੇ, ਗੁਰੂ ਨਾਨਕ ਸੰਸਾਰ ਵਿੱਚ ਆਏ, ਉਹਨਾਂ ਨੇ ਸਾਨੂੰ ਪਸ਼ੂਆਂ ਤੋਂ ਮਨੁੱਖ ਬਣਾ ਦਿੱਤਾ। ਕਦੇ ਮਨੁੱਖ ਹੀ ਨਹੀਂ ਬਣਾਇਆ। ਮੈਂ ਤਾਂ ਇਹ ਵੀ ਗੱਲ ਕਹਿਣਾ, ਗੁਰੂ ਨਾਨਕ ਸੰਸਾਰ ਵਿੱਚ ਆਏ, ਉਹਨਾਂ ਨੇ ਸਾਨੂੰ ਪਸ਼ੂਆਂ ਤੋਂ ਇਕੱਲੇ ਮਨੁੱਖ ਹੀ ਨਹੀਂ ਬਣਾਇਆ, ਸਗੋਂ ਸਾਨੂੰ ਮਨੁੱਖਾਂ ਤੋਂ ਅੱਗੇ ਦੇਵਤੇ ਵੀ ਬਣਾ ਦਿੱਤਾ, ਸਰਵ ਸ੍ਰੇਸ਼ਟ ਮਨੁੱਖ ਬਣਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ। ਇਹ ਕਹਿ ਕੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਧ, ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਚੇਂਜ ਕੀਤੀ। ਲੋਕ ਮਰਾਸੀ ਕਹਿੰਦੇ ਸਨ, ਮਰਾਸੀ ਮਰਾਸੀ ਮਰਾਸੀ। ਤੇ ਗੁਰੂ ਨਾਨਕ ਕਹਿੰਦੇ, ਭਾਈ ਤੇਰਾ ਨਾਮ ਕੀ ਹੈ? ਜੀ ਮੇਰਾ ਨਾਮ ਦਾਨਾ ਹੈ। ਤੇ ਗੁਰੂ ਨਾਨਕ ਅੱਗੋਂ ਕਹਿਣ ਲੱਗੇ, ਦਾਨਿਆ ਰਵਾਬ ਬੜੀ ਖੂਬਸੂਰਤ ਬਦਾਨਾ ਹੈ, ਪਰ ਕਿਤੇ ਇਸ ਰਵਾਬ ਦੀਆਂ ਤੰਦਾਂ ਵਿੱਚ ਸ਼ਬਦ ਪਾ ਕੇ ਗਾਵੇਂ, ਉਹ ਦਾਨਿਆ ਤੇਰਾ ਵੀ ਉਧਾਰ ਹੋ ਜਾਏ, ਸ਼ਬਦ ਸੁਣਨ ਵਾਲੇ ਦਾ ਉਧਾਰ ਵੀ ਹੋ ਜਾਏ। ਗੁਰੂ ਨਾਨਕ ਇਹ ਗੱਲ ਕਹਿੰਦੇ ਨੇ। ਤੇ ਅੱਗੋਂ ਕਹਿੰਦਾ, ਬਾਬਾ ਰਾਗ ਗਾਇ ਕੇ ਪੈਸਾ ਮਿਲਦਾ ਹੈ, ਸ਼ਬਦ ਗਾ ਕੇ ਕੀ ਮਿਲੇਗਾ? ਤੇ ਗੁਰੂ ਨਾਨਕ ਪਿਆਰ ਨਾਲ ਕਹਿਣ ਲੱਗੇ, ਦਾਨਿਆ ਰਵਾਬ ਗਾ ਕੇ ਤਾਂ ਕੇਵਲ ਪੈਸਾ ਮਿਲਦਾ ਹੈ, ਸ਼ਬਦ ਗਾ ਕੇ ਉਹ ਕੁਝ ਮਿਲਦਾ ਹੈ ਜੋ ਕਿਸੇ ਨੂੰ ਵੀ ਅੱਜ ਤੱਕ ਮਿਲ ਨਹੀਂ ਸਕਿਆ। ਉਹ ਕੁਝ ਮਿਲੇਗਾ, ਸੱਚਮੁੱਚ ਨਹੀਂ ਸੀ ਮਿਲ ਸਕਿਆ। ਜੋ ਭਾਈ ਮਰਦਾਨਾ ਜੀ ਨੇ ਨਾ, ਗੁਰੂ ਨਾਨਕ ਨੇ ਬਦਲ ਕੇ ਦਾਨੇ ਤੋਂ ਮਰਦਾਨਾ ਕਰ ਦਿੱਤਾ, ਤੇ ਗੁਰੂ ਨਾਨਕ ਦੀ ਕੋਲੋਂ ਜੋ ਭਾਈ ਮਰਦਾਨੇ ਨੇ ਲੈ ਲਿਆ। ਜਦੋਂ ਭਾਈ ਮਰਦਾਨਾ ਇਹ ਕਹਿ ਉੱਠਿਆ, ਬਾਬਾ ਤੇਰਾ ਤੇ ਮੇਰਾ ਬਹੁਤਾ ਫਰਕ ਨਹੀਂ, ਤੇਰਾ ਤੇ ਮੇਰਾ ਕੋਈ ਬਹੁਤਾ ਫਰਕ ਨਹੀਂ, ਜਿੱਥੇ ਤੇਰਾ ਘਰ ਉੱਥੇ ਮੇਰਾ ਘਰ। ਉਹ ਗੁਰੂ ਨਾਨਕ ਪੁੱਛਣ ਲੱਗੇ, ਉਹ ਕਿਵੇਂ?
ਕਹਿਣ ਲੱਗੇ ਬਾਬਾ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ, ਤੂੰ ਅਕਾਲ ਪੁਰਖ ਪਰਮੇਸ਼ਰ ਨੂੰ ਪਾਇਆ ਹੈ ਤੇ ਮੈਂ ਗੁਰ ਪਰਮੇਸ਼ਰ ਨਾਨਕ ਨੂੰ ਪਾਇਆ ਹੈ, ਦੱਸ ਤੇਰਾ ਤੇ ਮੇਰਾ ਭੇਦ ਕਿਵੇਂ ਹੋਇਆ। ਵਾਹ, ਕਮਾਲ ਦੇ ਬੋਲ ਸੀ। ਤੇ ਸੱਚ ਕਹਿਣਾ ਮਰਦਾਨਿਆ, ਸੱਚ ਹੀ ਤਾਂ ਆਖਦਾ ਹੈ ਤੇਰਾ ਤੇ ਮੇਰਾ ਕੋਈ ਭੇਦ ਨਹੀਂ। ਜਿਹੜਾ ਤੇਰਾ ਘਰ ਉਹ ਮੇਰਾ ਘਰ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸ, ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ। ਤੇ ਗੁਰੂ ਨਾਨਕ ਨੂੰ ਅੱਗੋਂ ਕਹਿ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇੰਨਾ ਹੀ ਟੁੱਟ ਗਿਆ, ਇੰਨੀ ਕਿਰਪਾ ਕਰ, ਹੁਣ ਮੈਨੂੰ ਇਸ ਜਨਮ ਮਰਨ ਦੇ ਗੇੜ ਤੋਂ ਵੀ ਕੱਢ ਲੈ। ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਬੇਤਰਲਾ ਕੀਤਾ ਹੈ ਭਾਈ ਮਰਦਾਨਾ ਜੀ ਨੇ। ਭਾਈ ਮਰਦਾਨਾ ਜੀ, ਜਿਹੜਾ ਸ਼ਬਦ ਗੁਰੂ ਨਾਨਕ ਦੇ ਮੁਖ ਚੋਂ ਨਿਕਲਿਆ, ਭਾਈ ਮਰਦਾਨਾ ਜੀ ਕੈਸੇ ਸ਼ਖਸ ਹਨ, ਉਸ ਸ਼ਬਦ ਨੂੰ ਰਵਾਬ ਦੀਆਂ ਤੰਦਾਂ ਦੇ ਨਾਲ ਪਾ ਕੇ ਗਾਇਆ ਹੈ। ਤੇ ਕੇਵਲ ਗਾਇਆ ਹੀ ਨਹੀਂ, ਸ਼ਬਦ ਦੀ ਸਮਾਪਤੀ ਤੇ ਆ ਕੇ ਪੁੱਛਦੇ ਬਾਬਾ ਕਹਿ ਗਾਵੇ ਆਈ, ਜੋ ਗਾਇਆ ਮੈਨੂੰ ਉਹਦੇ ਅਰਥ ਵੀ ਸਮਝਾ, ਉਹਦੇ ਭਾਵ ਵੀ ਸਮਝਾ। ਕਿਤੇ ਅੱਜ ਦੇ ਗਾਇਕ ਸਾਡੇ ਇਹ ਗੱਲ ਸਮਝ ਲੈਣ, ਸ਼ਬਦ ਗਾਉਣਾ ਬਿਜ਼ਨਸ ਨਹੀਂ ਹੈ, ਬਿਜ਼ਨਸ ਬਣਾ ਲਿਆ ਗਿਆ, ਵਪਾਰ ਬਣਾ ਲਿਆ ਗਿਆ। ਸ਼ਬਦ ਉਸ ਕਰਤਾਰ ਦੀ ਸਿਫਤ ਹੈ, ਇਹ ਬਿਜ਼ਨਸ ਨਹੀਂ ਹੈ, ਕੋਈ ਵਪਾਰ ਨਹੀਂ ਹੈ। ਇਹ ਸ਼ਬਦ ਕਰਤਾਰ ਨਾਲ ਮਿਲਾਪ ਦਾ ਸਾਧਨ ਹੈ। ਇਹ ਸ਼ਬਦ ਨੀਵੇਂ ਤੋਂ ਉੱਚੇ ਜਾਣ ਦਾ ਇੱਕ ਰਸਤਾ ਹੈ। ਇਹ ਸ਼ਬਦ ਟੁੱਟੇ ਹੋਇਆਂ ਨੂੰ ਜੋੜਨ ਦਾ ਇੱਕ ਮਾਰਗ ਹੈ। ਇਹ ਸ਼ਬਦ ਆਤਮਕ ਖੇਡ, ਆਤਮਕ ਹੁਲਾਰੇ ਹਨ। ਇਹ ਸ਼ਬਦ ਰਸ ਹੀ ਰਸ ਹੈ ਪਿਆਰਿਓ, ਸ਼ਬਦ ਤਾਂ ਆਨੰਦ ਹੀ ਆਨੰਦ ਹੈ ਕਿ ਜਿਹੜਾ ਗੁਰੂ ਨਾਨਕ ਨੇ ਸਾਡੀ ਝੋਲੀ 'ਚ ਪਾਇਆ। ਕਿ ਸੌਖਾ ਕੰਮ ਨਹੀਂ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ। ਸਦੀਆਂ ਤੋਂ ਲਤਾੜੀ ਜਾ ਰਹੀ ਇਸ ਜਨਤਾ ਨੂੰ ਇਹਨਾਂ ਵਿੱਚੋਂ ਕੱਢ ਕੇ ਬਾਹਰ ਇਹਨਾਂ ਦੇ ਚੇਂਜ ਲਿਆਉਣੀ। ਗ੍ਰਸਤੀ ਜੀਵਨ ਵਿੱਚ ਰਹਿ ਕੇ ਜਾਤ ਅਭਿਮਾਨੀਆਂ ਦੇ ਹੰਕਾਰ ਦੀ ਮੈਲ ਨੂੰ ਦੂਰ ਕਰਨਾ ਅਤੇ ਢੱਠੇ ਹੋਇਆਂ ਨੂੰ, ਡਿੱਗਿਆਂ ਹੋਇਆਂ ਨੂੰ ਤਕੜਾ ਕਰਨਾ ਇੱਕ ਸੌਖਾ ਕੰਮ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸੇ ਮਨੁੱਖ ਦੀ ਲੋੜ ਸੀ ਜੋ ਗਰੀਬਾਂ ਤੇ ਨੀਵਿਆਂ ਵਿੱਚ ਇੱਕ ਸਵੈ ਮਾਨਤਾ ਦਾ ਅਹਿਸਾਸ ਪੈਦਾ ਕਰਦਾ, ਅਣਖ ਦਾ ਅਹਿਸਾਸ ਪੈਦਾ ਕਰਦਾ, ਤਦ ਕਿ ਉਹਨਾਂ ਦੇ ਅੰਦਰ ਜੀਵਨ ਦੀ ਲਾਲਸਾ ਬਣੇ, ਜੀਵਨ ਜਿਉਣ ਦਾ ਢੰਗ ਆਵੇ। ਜਿਨ੍ਹਾਂ ਦੇ ਸਾਹਮਣੇ ਧਨੀ ਤੇ ਜਾਤ ਅਭਿਮਾਨ ਦੇ ਹੰਕਾਰੀ ਲੋਕ ਸਿਰ ਨਹੀਂ ਝੁਕਾ ਦੇਣ। ਇੱਕ ਐਸਾ ਇਨਸਾਨ ਗੁਰੂ ਨਾਨਕ ਦੇਵ ਮਹਾਰਾਜ ਨੇ ਪੈਦਾ ਕਰਨਾ ਸੀ। ਮਾਲਕ ਨੇ ਬਾਬਾ ਲਹਿਣਾ ਨੂੰ ਕਰਤਾਰਪੁਰ ਲੈ ਆਂਦਾ। ਹਲੇ ਦੇਵੀ ਪੂਜ ਸਨ, ਦੇਵੀ ਦੀ ਪੂਜਾ ਕਰਦੇ ਸਨ। ਦੇਵਤਿਆਂ ਦੇ ਮੰਦਰਾਂ ਵਿੱਚ ਉਹ ਛੂਤਾਂ ਨੀਵੀਂ ਜਾਤ ਵਾਲਿਆਂ ਨੂੰ ਥਾਂ ਕਿੱਥੇ ਮਿਲਦੀ ਸੀ? ਅੱਜ ਵੀ ਨਹੀਂ ਮਿਲਦੀ। ਇਹੋ ਜਿਹੇ ਸਥਾਨ ਹਨ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਮੱਥਾ ਨਹੀਂ ਟੇਕ ਸਕਦਾ। ਹਾਲੇ ਵੀ ਨਫ਼ਰਤ ਹੈ, ਇਨਸਾਨ ਦੀ ਇਨਸਾਨੀਅਤ ਨਾਲ ਵੀ ਨਫ਼ਰਤ ਹੈ। ਤੇ ਇਹਨਾਂ ਇੱਟਾਂ ਤੇ ਗਾਰੇ ਦੇ ਬੜੇ ਮੰਦਰਾਂ ਵਿੱਚ ਗਰੀਬ ਛੂਤਾਂ ਨੂੰ ਥਾਂ ਕਿੱਥੇ ਮਿਲ ਸਕਦੀ ਸੀ? ਉਹਨਾਂ ਲੋਕਾਂ ਦੇ ਹਿਰਦੇ ਮੰਦਰ ਵਿੱਚ ਭਲਾ ਇਹਨਾਂ ਨੂੰ ਕਿੱਥੋਂ ਸਮਾਈ ਜਾਵੇ? ਭਾਈ ਲਹਿਣਾ ਜੀ 1532 ਵਿੱਚ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ ਕਰਤਾਰਪੁਰ ਦੇ ਵਿੱਚ। ਇਹਨਾਂ ਦੀ ਉਮਰ 28 ਸਾਲ ਦੀ ਸੀ ਉਸ ਵੇਲੇ। ਇੱਕ ਵਕਤ ਤੱਕ ਇਹ ਦੇਵੀ ਮੰਦਰਾਂ ਦੀ ਯਾਤਰਾ ਦੇ ਪ੍ਰੇਮੀ ਸਨ। ਤੇ ਫਿਰ ਜਥੇਦਾਰ ਬਣ ਕੇ, ਜਥੇਦਾਰ ਆਗੂ ਬਣ ਕੇ ਸੰਗ ਲੈ ਕੇ ਜਾਂਦੇ ਸਨ, ਲੀਡ ਕਰਦੇ ਸਨ। ਹੁਣ ਮੰਦਰਾਂ ਵਿੱਚ ਨੀਚਾਂ ਦੀ ਪਹੁੰਚ ਨਹੀਂ ਸੀ। ਸੋ ਭਾਵੇਂ ਭਾਈ ਲਹਿਣਾ ਜੀ ਦੇਵੀ ਦੇਵਤਿਆਂ ਵਾਲੀ ਟੇਕ ਛੱਡ ਕੇ ਆਏ ਸਨ, ਅਜੇ ਵੀ ਦੋਵਾਂ ਦੇ ਜੀਵਨ ਵਿੱਚ ਬੜੀ ਵਿੱਥ ਸੀ। ਇਸ ਵਿੱਥ ਨੂੰ ਮਿਟਾਉਣ ਲਈ, ਇਹਨਾਂ ਦੇ ਹਿਰਦੇ ਵਿੱਚ ਨੀਵਿਆਂ ਲਈ ਸੁੱਚਾ ਪਿਆਰ ਪੈਦਾ ਕਰਨ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ 6-7 ਸਾਲ ਦੀ ਮਿਹਨਤ ਕੀਤੀ। 6-7 ਸਾਲ ਦਾ ਜੀਵਨ ਨੂੰ ਘੜਿਆ। ਤੇ ਜੇ ਇਸ 7-9 ਸਾਲ ਦੇ ਇਤਿਹਾਸ ਨੂੰ ਕਦੇ ਦੇਖੀਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਰਜ ਦੀ ਦਾਲ ਵਿੱਚੋਂ ਇੱਕ ਦਾਣਾ ਕੱਢ ਕੇ ਟੋਹਣ ਦੀਆਂ ਗੱਲਾਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਰੱਖੀਆਂ, ਜਿਹੜੀਆਂ ਇਹ ਭਾਈ ਲਹਿਣੇ ਦੀ ਪਰਖ ਕੀਤੀ। ਕਿੰਨਾ ਕੁ ਭਾਈ ਲਹਿਣੇ ਨੂੰ ਗਰੀਬਾਂ ਤੇ ਨੀਵਿਆਂ ਦੇ ਪ੍ਰਤੀ ਹਮਦਰਦੀ ਦਾ ਕਿੰਨਾ ਢੰਗ ਜਿਹੜਾ ਸੀ ਉਹ ਆ ਗਿਆ, ਜੀਵਨ ਕਿਹੋ ਜਿਹਾ ਆ ਗਿਆ ਹੈ। ਇਹ ਕੋਈ ਕਹਾਣੀ ਸੌਖੀ ਨਹੀਂ ਹੈ। ਜੀਵਨ ਨੂੰ, ਖਾਲਕ ਨੂੰ ਖਲਕ ਵਿੱਚ ਦੇਖਣਾ ਕੋਈ ਸੌਖੀ ਗੱਲ ਨਹੀਂ ਹੈ। ਇਹ ਤਾਂ
ਜਿਹਦੇ ਅੰਦਰ ਪੀੜਾ ਪੈਦਾ ਹੀ ਨਹੀਂ ਹੋਈ, ਸੋ ਕਤ ਜਾਣੇ ਪੀਰ ਪਰਾਈ, ਜਿਸਕੇ ਅੰਦਰ ਦਰਦ ਨਾ ਪਾਈ। ਜਿਹਦੇ ਅੰਦਰ ਤੜਫ ਪੈਦਾ ਹੀ ਨਹੀਂ ਹੋਈ, ਉਹ ਜਾਣ ਵੀ ਨਹੀਂ ਸਕਦਾ, ਫਿਰ ਉਹਨੂੰ ਸਮਝ ਵੀ ਨਹੀਂ ਆਉਂਦੀ। ਜਿਹੜੇ ਲੋਕ ਨਫ਼ਰਤ ਦੀ ਅੱਗ ਵਿੱਚ ਸੜ ਰਹੇ ਹਨ, ਇਹਨਾਂ ਨੂੰ ਛੋਹਣ ਦਾ ਪਾਪ ਸਮਝਦੇ ਹਨ, ਉਹ ਕੀ ਜਾਣ ਸਕਦੇ ਹਨ ਇਹਨਾਂ ਦੀਆਂ ਮੁਸੀਬਤਾਂ ਦਾ ਕਾਰਨ? ਉਹ ਮਨੁੱਖਤਾ ਦੀ ਗੱਲ ਕੀ ਜਾਣ ਸਕਦੇ ਹਨ? ਇਹਨਾਂ ਵਿਚਾਰਿਆਂ ਨੂੰ ਜੀਵਨ ਦਾ ਮਾਰਗ ਕਿੱਥੋਂ ਦੱਸ ਸਕਦੇ ਹਨ? ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਹਿਰਦੇ ਵਿੱਚ ਗਰੀਬਾਂ ਪ੍ਰਤੀ ਹਮਦਰਦੀ ਪੈਦਾ ਕਰਨ ਦੇ ਲਈ ਜਿਹੜੇ ਕੰਮ ਸੀ ਸ਼ੁਰੂ ਕੀਤੇ। ਜਿਵੇਂ ਜਿਵੇਂ ਸਤਿਗੁਰੂ ਦੇ ਸ਼ਬਦ ਦੇ ਨਾਲ ਲੱਗਦਾ ਰਿਹਾ, ਇਹ ਭਾਈ ਲਹਿਣਾ ਬਸ ਉਵੇਂ ਉਵੇਂ ਇਹਦੇ ਅੰਦਰ ਦੇ ਨੇਤਰਾਂ ਨੂੰ ਖੁੱਲ੍ਹਦੇ ਗਏ। ਗੁਰੂ ਨਾਨਕ ਸਾਹਿਬ ਜਾਣਦੇ ਸਨ ਕਿ ਮਨੁੱਖ ਵਾਂਗ ਜਿਉਣ ਲਈ ਸਭ ਬੰਦਿਆਂ ਵਿੱਚ ਰੱਬ ਵੇਖਣ ਲਈ ਕਿਸੇ ਫਿਲਾਸਫੀ ਗਿਆਨ ਦੀ ਲੋੜ ਨਹੀਂ, ਗਰੀਬਾਂ ਤੇ ਨੀਵਿਆਂ ਵਾਲੇ ਕੰਮਾਂ ਤੋਂ ਨਫ਼ਰਤ ਮਿਟਾਉਣ ਦੀ ਜ਼ਰੂਰਤ ਹੈ। ਇਹ ਨਫ਼ਰਤ ਤਦੋਂ ਹੀ ਹਟ ਸਕਦੀ ਸੀ ਜਦੋਂ ਕੰਮ ਹੱਥਾਂ ਨਾਲ ਕੀਤੇ ਜਾਣ। ਚਿੱਕੜ ਭਰੀਆਂ ਪੰਡਾਂ ਭਾਈ ਲਹਿਣੇ ਦੇ ਰੇਸ਼ਮੀ ਕੱਪੜਿਆਂ ਦੇ ਉੱਤੇ ਰੱਖ ਦਿੱਤੀਆਂ, ਤੇ ਗੁਰੂ ਨਾਨਕ ਨੂੰ ਜਦੋਂ ਸਵਾਲ ਕੀਤਾ ਵੀ ਤੇ ਸੋਹਣੇ ਕੱਪੜੇ ਖਰਾਬ ਹੋਣਗੇ, ਇਹ ਚਿੱਕੜ ਦੀਆਂ ਪੰਡਾਂ ਦੇ ਸਿਰ ਤੇ ਰੱਖੀਆਂ ਨੇ। ਗੁਰੂ ਨਾਨਕ ਕਹਿਣ ਲੱਗੇ, ਤੁਹਾਨੂੰ ਚਿੱਕੜ ਜਾਪਦਾ, ਕੇਸਰ ਦੀਆਂ ਪੰਡਾਂ ਹਨ। ਗੁਰੂ ਨਾਨਕ ਇਹ ਗੱਲਾਂ ਸਮਝਾਉਂਦੇ ਨੇ। ਗੰਦੀ ਨਾਲੀ ਵਿੱਚੋਂ ਕਟੋਰਾ ਸੁੱਟ ਕੇ ਉਸ ਨਾਲੀ ਵਿੱਚ ਹੱਥ ਪਾਉਣ ਦੀ ਗੱਲ ਕਰਨਾ ਇੱਕ ਪਰਖ ਸੀ, ਜੀਵਨ ਘੜਨ ਦੀ ਇੱਕ ਢੰਗ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਧਰਮਸ਼ਾਲਾ ਵਿੱਚੋਂ ਮਰੀ ਹੋਈ ਚੂਹੀ ਚੁੱਕ ਕੇ ਬਾਹਰ ਸੁੱਟਣੀ, ਸਿਆਲਾਂ ਦੇ ਠੰਡ ਵਿੱਚ ਕੱਪੜੇ ਧੋਣ ਦੀਆਂ ਗੱਲਾਂ ਕਰਨੀਆਂ, ਧਰਮਸ਼ਾਲਾ ਦੀ ਢੱਠੀ ਹੋਈ ਕੰਧ ਬਣਾਉਣ ਦੀ ਗੱਲ ਕਰਨੀ, ਕੱਪੜੇ ਧੋਣ ਲਈ ਦਰਿਆਵਾਂ ਤੇ ਭੇਜਣਾ। ਇਹ ਕੰਮ ਕੋਈ ਛੋਟਾ ਮੋਟਾ ਕੰਮ ਨਹੀਂ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਅਖੀਰ ਜਾ ਕੇ ਜਦੋਂ ਉਹ ਗੱਲ ਕਹੀ, ਉਹ ਸੀ ਮੁਰਦਾਰ ਖਾਨ ਦੀ ਗੱਲ। ਸਾਰੇ ਸਾਥ ਛੱਡ ਗਏ, ਗੁਰੂ ਨਾਨਕ ਨਹੀਂ ਗਏ, ਭਾਈ ਲਹਿਣਾ ਨਹੀਂ ਗਏ, ਤੇ ਸਤਿਗੁਰੂ ਜੀ ਨੇ ਕਿਹਾ, ਲੈਣਿਆ ਸਾਰੇ ਚਲੇ ਗਏ, ਕਿਉਂ ਕੋਈ ਨਹੀਂ ਜਾਂਦਾ? ਤੇ ਕਹਿੰਦੇ, ਇਹਨਾਂ ਦਾ ਕੋਈ ਹੋਰ ਟਿਕਾਣਾ ਹੋਏਗਾ, ਮੇਰਾ ਹੋਰ ਕੋਈ ਟਿਕਾਣਾ ਨਹੀਂ ਜਿੱਥੇ ਛੱਡ ਕੇ ਮੈਂ ਚਲੇ ਜਾਵਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਅੱਛਾ ਨਹੀਂ ਜਾਣਾ, ਫਿਰ ਮੁਰਦਾ ਖਾ। ਤੇ ਅੱਗੋਂ ਭਾਈ ਲਹਿਣਾ ਹੁਕਮ ਦਾ ਬੱਧਾ ਹੋਇਆ ਹੱਥ ਜੋੜ ਕੇ ਖੜਾ ਹੋਇਆ, ਕਹਿਣ ਲੱਗਾ, ਪਾਤਸ਼ਾਹ ਹੁਕਮ ਕਰੋ, ਪੈਰਾਂ ਵਾਲੇ ਪਾਸੇ ਸ਼ੁਰੂ ਕਰਾਂ ਕਿ ਸਿਰ ਵਾਲੇ ਪਾਸੇ ਸ਼ੁਰੂ ਕਰਾਂ? ਕਹਾਣੀ ਬੜੀ ਛੋਟੀ ਜਿਹੀ ਜਾਪਦੀ ਹੈ। ਧਰਮੀ ਬੰਦੇ ਨੂੰ ਮੁਰਦੇ ਵਾਂਗੂ ਬਣਨਾ ਪੈਂਦਾ ਹੈ। ਅਸਲ ਵਿੱਚ ਗੁਰੂ ਨਾਨਕ ਇਹ ਗੱਲ ਸਮਝਾਉਂਦੇ ਸਨ, ਧਰਮੀ ਬੰਦੇ ਦੀ ਆਪਣੀ ਕੋਈ ਚਤੁਰਾਈ, ਕੋਈ ਸਿਆਣਪ, ਕੋਈ ਅਕਲ, ਕੋਈ ਬੁੱਧੀ ਨਹੀਂ, ਉਹ ਸਭ ਕੁਝ ਗੁਰੂ ਦਾ ਹੈ, ਉਹ ਗੁਰੂ ਦੇ ਅੱਗੇ ਸੌਂਪ ਦਿੰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀਆਂ ਪਰਖਾਂ ਕਰਕੇ ਇਹ ਭਾਈ ਲਹਿਣੇ ਨੂੰ ਸੱਚਮੁੱਚ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਕਰ ਦਿੱਤਾ। ਪਰ ਕੇਵਲ ਨਮਸਕਾਰ ਕਾਫੀ ਨਹੀਂ ਸੀ ਹੁੰਦੀ, ਅੰਦਰੋਂ ਨਮਸਕਾਰ ਕਰਨੀ ਬੜੀ ਜ਼ਰੂਰੀ ਸੀ। ਕਿਉਂਕਿ ਜੇ ਬਾਹਰਲੀ ਨਮਸਕਾਰ ਦੀ ਗੱਲ ਹੁੰਦੀ ਤਾਂ ਫਿਰ ਤਾਂ ਅਪਰਾਧੀ ਦੂਣਾ ਨੀਵੇਂ ਜੋ ਹੰਤਾ ਮਿਰਗਾਏ ਦੀ ਗੱਲ ਵੀ ਗੁਰੂ ਨਾਨਕ ਨਾ ਲਿਖਦੇ, ਸੀਸ ਨਵਾਇਆ ਕਿਆ ਥੀਆਂ ਜਾਰੇ ਦੇ ਕਿਸਦੇ ਸਾਹਿਬ ਦੀ ਗੱਲ ਵੀ ਨਾ ਲਿਖਦੇ। ਨਹੀਂ, ਗਰੀਬੀ ਦਾ ਸਹੀ ਸਰੂਪ ਸਮਝਣ ਲਈ ਗਰੀਬੀ ਮੰਗਣ ਵਾਲੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦਾ ਕਦੀ ਦੀਦਾਰ ਕਰਕੇ ਦੇਖੀਏ। ਜਿਸ ਦਿਨ ਗੁਰੂ ਪਾਤਸ਼ਾਹ, ਇੱਕ ਦਿਨ ਜ਼ਿਕਰ ਆਉਂਦਾ ਕਿ ਬਾਦਸ਼ਾਹ ਹਮਾਜੂ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਕਾਬਲ ਨੂੰ ਭੱਜਾ ਜਾਂਦਾ, ਖਡੂਰ ਸਾਹਿਬ 'ਚ ਆਇਆ, ਤੇ ਸਤਿਗੁਰੂ ਜੀ ਬਾਲਕਾਂ ਦੇ ਨਾਲ ਉਹਨਾਂ ਦੇ ਨਾਲ ਪੜ੍ਹਾ ਰਹੇ ਹਨ। ਹਮਾਜੂ ਨੇ ਕ੍ਰੋਧ 'ਚ ਆ ਕੇ ਕਿਹਾ ਕਿ ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਇੱਕ ਮੈਂ ਕੀ ਹੋਇਆ, ਹਾਰ ਖਾ ਕੇ ਆ ਗਿਆ, ਹੈਗਾ ਤਾਂ ਬਾਦਸ਼ਾਹ ਹੀ। ਮਿਆਨ 'ਚੋਂ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ, ਗੁਰੂ ਅੰਗਦ ਦੇਵ ਪਾਤਸ਼ਾਹ ਮੁਸਕਰਾਏ, ਹੱਸੇ, ਭਾਈ ਇਹ ਤੇਰੀ ਤਲਵਾਰ ਰਾਣ ਵਿੱਚ ਸੂਰਮੇ ਦੇ ਟਾਕਰੇ ਤੇ ਖੁੰਡੀ ਹੋ ਗਈ ਸੀ, ਹੁਣ ਵਕੀਰਾਂ ਤੇ ਚਲਾਨ ਨੂੰ ਸ਼ੇਰ ਹੋ ਗਿਆ, ਬਸ ਪਾਣੀ ਪਾਣੀ ਹੋ ਗਿਆ। ਇਹ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਿੱਖੀ ਦੀ ਦਾਤ ਦਿੱਤੀ, ਸਿੱਖੀ ਦੀ ਬਖਸ਼ਿਸ਼ ਸਾਡੇ ਉੱਤੇ ਕੀਤੀ। ਤੇ ਜੀਵਨ ਵਿੱਚ ਨਿਮਰਤਾ ਇੱਕ ਐਸੀ ਚੀਜ਼ ਹੈ ਜੋ ਸਾਡੇ ਸਿੱਖੀ ਦਾ ਇੱਕ ਵੱਡਾ ਗੁਣ ਹੈ। ਤੇ ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਆਪਣੇ ਪ੍ਰੈਕਟੀਕਲ ਜੀਵਨ ਨੂੰ ਮਨੁੱਖਤਾ ਦੇ ਨਾਲ, ਇਨਸਾਨੀਅਤ ਦੇ ਨਾਲ ਪਿਆਰ ਤੇ ਹਮਦਰਦੀ ਦਾ ਜੀਵਨ ਜਿਉਣ ਲਈ ਅੱਗੇ ਹੋ ਕੇ ਜੀਵਨ ਵਿੱਚ ਵਿਚਰਨਾ ਪਏਗਾ। ਕਿਉਂਕਿ ਉਹ ਗਰੀਬ ਮੋਏ ਭਾਵੇ ਦੀ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਬਾਣੀ 'ਚ ਲਿਖੀ ਹੈ ਕਿ ਅਸੀਂ ਵੀ ਉਸ ਗਰੀਬ, ਉਸ ਖਲਕਤ, ਉਸ ਦੀ ਬਣਾਏ ਹੋਏ
ਪਿਆਰੇ ਦੇ ਪਿਆਰ ਵਿੱਚ ਰੰਗੇ ਜਾਈਏ, ਤਦ ਕਿ ਸਾਡੇ ਵੀ ਲੋਕ ਪਰਲੋਕ ਸੁਹੇਲਾ ਹੋ ਜਾਏ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।